ਦੋਸਤੋ, ਮੇਰਾ ਨਾਮ ਹੈ ਗੁਰਦੀਪ ਸਿੰਘ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਨਸ ਤਪਾ ਦੇ ਵਿੱਚ ਆਈਟੀ ਦਾ ਵੋਕੇਸ਼ਨਲ ਟੀਚਰ ਹਾਂ। ਸੋ ਅਸੀਂ ਅੱਜ ਦੋਸਤੋ ਆਏ ਹਾਂ ਚੇਸ ਪਾਰਕਰ ਕੰਪਨੀ ਦੇ ਵਿੱਚ ਬਰਨਾਲੇ, ਜਿੱਥੇ ਆਪਾਂ ਆਈਟੀ ਦੀ ਵਰਚੁਅਲ ਵਿਜ਼ਿਟ ਕਰਾਵਾਂਗੇ। ਕਰੋਨਾ ਕਾਲ ਦੇ ਕਰਕੇ ਆਪਾਂ ਨੂੰ ਇੱਥੇ ਆਉਣਾ ਪਿਆ ਤੇ ਇੱਥੇ ਆਪਾਂ ਅੱਜ ਮਿਲਾਂਗੇ ਕਰਨ ਵਰਮਾ ਜੀ ਨੂੰ, ਜਿਹੜੇ ਕਿ ਐਮਡੀ ਨੇ ਇੱਥੇ। ਉਹ ਸਾਨੂੰ ਦੱਸਣਗੇ ਆਈਟੀ ਦੇ ਬਾਰੇ, ਕਿਵੇਂ ਆਪਾਂ ਅੱਗੇ ਵੱਧ ਸਕਦੇ, ਕਿਵੇਂ ਆਪਾਂ ਇਹਦੇ ਨਾਲ ਆਪਣਾ ਸਵੈ ਰੁਜ਼ਗਾਰ ਪੈਦਾ ਕਰ ਸਕਦੇ ਹਾਂ ਤੇ ਆਈਟੀ ਵਿਸ਼ਾ ਪੜ੍ਹਨ ਦੇ ਨਾਲ ਆਪਾਂ ਨੂੰ ਕੀ ਕੀ ਇਹਦੇ ਬੈਨੀਫਿਟਸ ਨੇ। ਆਓ ਆਪਾਂ ਗੱਲ ਕਰਦੇ ਹਾਂ ਕਰਨ ਵਰਮਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ? ਠੀਕ ਠਾਕ ਜੀ। ਸਰ, ਆਪਣੇ ਬਾਰੇ ਕੁਝ ਦੱਸੋ ਕਿ ਤੁਹਾਡੇ ਮਨ ਦੇ ਵਿੱਚ ਕਿੱਦਾਂ ਵਿਚਾਰ ਆਇਆ ਆਈਟੀ ਕੰਪਨੀ ਬਾਰੇ, ਤੇ ਕਿਵੇਂ ਆਪਾਂ ਇਸ ਦੇ ਵਿੱਚ ਅੱਗੇ ਆਪਾਂ ਨੂੰ ਬੈਨੀਫਿਟ ਹੋ ਸਕਦੇ ਨੇ, ਕਿਵੇਂ ਬੱਚਿਆਂ ਦਾ ਇਹਦੇ ਵਿੱਚ ਭਵਿੱਖ ਬਣ ਸਕਦਾ, ਕਿਵੇਂ ਆਈਟੀ ਦਾ ਵਿਸ਼ਾ ਨੂੰ ਅੱਗੇ ਲੈ ਕੇ ਜਾ ਸਕਦਾ। ਹਾਂਜੀ ਸਰ। ਦੇਖੋ ਸਰ, ਮੇਰਾ ਨਾਮ ਕਰਨ ਵਰਮਾ, ਬਰਨਾਲੇ ਤੋਂ ਬਿਲੋਂਗ ਕਰਦਾ ਹਾਂ। ਮੈਂ ਐਮਸੀ ਕੀਤੀ ਹੋਈ ਹੈ ਪੰਜਾਬੀ ਯੂਨੀਵਰਸਿਟੀ ਤੋਂ। ਸਾਰੇ ਦੇ ਬਾਅਦ ਮੈਂ ਚੰਡੀਗੜ੍ਹ ਮੇਰੀ ਟ੍ਰੇਨਿੰਗ ਸੀਗੀ ਤੇ ਉੱਥੇ ਮੈਨੂੰ ਜੌਬ ਮਿਲ ਗਈ, ਕੰਪਨੀ 'ਚ ਆਫਰ ਕਰਕੇ। ਇੱਥੇ 1.5 ਤੋਂ 2 ਸਾਲ ਮੈਂ ਜੌਬ ਕੀਤੀ ਹੈ ਤੇ ਉੱਥੇ ਮੈਨੂੰ ਪਤਾ ਲੱਗਿਆ ਵੀ ਕਿਵੇਂ ਕੰਮ ਹੁੰਦਾ ਆਈਟੀ ਕੰਪਨੀ 'ਚ, ਤੇ ਮੈਂ ਉਹ ਕੀਤਾ। ਤੇ ਉਹਦੇ ਬਾਅਦ ਮੈਂ ਸੋਚਿਆ ਵੀ ਮੈਂ ਖੁਦ ਦੀ ਕੰਪਨੀ ਡਿਵੈਲਪ ਕਰਾਂ, ਤੇ ਮੈਂ ਹੁਣ ਬਰਨਾਲੇ ਦੇ ਵਿੱਚ ਆਪਣੀ ਖੁਦ ਦੀ ਕੰਪਨੀ ਡਿਵੈਲਪ ਕੀਤੀ ਹੋਈ ਹੈ ਤੇ ਇੱਥੇ ਮੈਂ ਆਪਦਾ ਕੰਮ ਵੀ ਚਲਾ ਰਿਹਾ ਤੇ ਸਟੂਡੈਂਟਾਂ ਨੂੰ ਮਤਲਬ ਵੀ ਟ੍ਰੇਨਿੰਗ ਵੀ ਪ੍ਰੋਵਾਈਡ ਕਰਦਾ। ਤੁਸੀਂ ਇਹ ਦੱਸੋ ਕਿ ਬਰਨਾਲਾ ਇੱਕ ਮਤਲਬ ਕਿ ਜ਼ਿਆਦਾ ਡਿਵੈਲਪ ਏਰੀਆ ਤਾਂ ਹੈ ਨਹੀਂ, ਤੁਹਾਨੂੰ ਇੱਥੇ ਕੀ ਕੀ ਦਿੱਕਤਾਂ ਆਈਆਂ, ਕੀ ਕੀ ਪਰੇਸ਼ਾਨੀਆਂ ਆਈਆਂ ਨੇ? ਦੇਖੋ ਸਰ, ਇਹ ਗੱਲ ਤੁਹਾਡੀ ਸੱਚੀ ਹੈ ਵੀ ਮਤਲਬ ਵੀ ਇੱਥੇ ਡਿਵੈਲਪਮੈਂਟ ਹੈ ਨਹੀਂ ਗੀ। ਤੇ ਮੇਨ ਦਿੱਕਤ ਸਾਨੂੰ ਇਹੀ ਹੈ ਵੀ ਇੱਥੇ ਸਟੂਡੈਂਟਾਂ ਨੂੰ ਪਤਾ ਹੀ ਨਹੀਂ ਹੈਗਾ। ਪਤਾ ਕਿਸ ਚੀਜ਼ ਦਾ? ਆਈਲੈਟਸ ਦਾ। +2 ਕਰ ਰਹੇ ਨੇ ਜਵਾਕ, ਬਾਹਰੇ ਜਾ ਰਹੇ ਨੇ। ਬਟ ਅਸੀਂ ਕੀ ਹੈ, ਅਸੀਂ ਇੱਥੇ ਹੀ ਬਾਹਰਲੀ ਕਮਾਈ ਇੱਥੇ ਬਰਨਾਲੇ 'ਚ ਬੈਠ ਕੇ ਹੀ ਕਰ ਰਹੇ ਹਾਂ। ਬਟ ਇਹ ਅੱਜ ਕੱਲ੍ਹ ਸਟੂਡੈਂਟ ਨੂੰ ਨਹੀਂ ਪਤਾ। ਅਸੀਂ ਉਹਨਾਂ ਨੂੰ ਇੱਥੇ ਮਤਲਬ ਵੀ ਸਟਰਗਲ ਅਸੀਂ ਕਰ ਰਹੇ ਹਾਂ, ਬਟ ਅਸੀਂ ਚਾਹ ਰਹੇ ਹਾਂ ਵੀ ਇਹ ਸਟੂਡੈਂਟ ਨੂੰ ਪਤਾ ਲੱਗੇ। ਤੇ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗ ਗਈਆਂ ਤਾਂ ਓਬਵੀਅਸਲੀ ਵੀ ਉਹ ਬਾਹਰ ਜਾਣਾ ਓਬਵੀਅਸਲੀ ਬੰਦ ਕਰ ਦੇਣਗੇ। ਆਪਾਂ ਬਾਹਰੋਂ ਪੈਸਾ ਕਿਵੇਂ ਕਮਾ ਸਕਦੇ ਹਾਂ? ਕੀ ਤਰੀਕਾ ਹੈ? ਕਿਵੇਂ ਆਪਾਂ ਬੱਚਿਆਂ ਨੂੰ ਜਿਹੜੇ ਵੀ ਆ ਕਿਸ ਤਰੀਕੇ ਨਾਲ ਗਾਈਡ ਕਰੀਏ ਕਿ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਆਉਣ ਤੇ ਬਾਹਰ ਨਾ ਜਾਣ ਦੀ ਬਜਾਏ ਇੱਥੇ ਘਰੇ ਬਹਿ ਕੇ ਹੀ ਪੈਸੇ ਕਮਾ ਸਕਣ? ਦੇਖੋ ਸਰ, ਹਰ ਇੱਕ ਸਟੂਡੈਂਟ ਅੱਜ ਕੱਲ੍ਹ ਬਾਹਰੇ ਜਾ ਰਿਹਾ, ਜਿਹੜਾ ਵੀ ਭਾਵੇਂ +2 ਵਾਲਾ, ਭਾਵੇਂ ਗ੍ਰੈਜੂਏਸ਼ਨ ਵਾਲਾ, ਕਿਉਂਕਿ ਇੱਥੇ ਕੰਮ ਹੈ ਹੀ ਨਹੀਂਗਾ। ਠੀਕ ਹੈ ਜੀ, ਬੰਦਾ 9 ਤੋਂ 5 ਕੰਮ ਕਰਦਾ ਤਾਂ ਉਹਨੂੰ 100 ਜਾਂ 200 ਰੁਪਈਆ ਮਿਲ ਜਾਂਦਾ ਤੇ ਆਪਦਾ ਘਰ ਨੂੰ ਆ ਜਾਂਦਾ, ਜਿਹਦੇ ਨਾਲ ਅੱਜ ਕੱਲ੍ਹ ਗੁਜ਼ਾਰਾ ਨਹੀਂ ਚੱਲ ਰਿਹਾ। ਬਟ ਬਾਹਰੇ ਕੀ ਹੈ, ਜਿਹੜੇ ਸਟੂਡੈਂਟ ਗਏ ਹੋਏ ਨੇ ਬਾਹਰੇ, ਉਹਨਾਂ ਤੋਂ ਪਤਾ ਕਰ ਲਿਓ ਜਾਂ ਪੁੱਛ ਲਿਓ। ਬਾਹਰੇ ਕੀ ਹੈ, ਕੋਈ ਵੀ ਛੋਟਾ ਬਿਜ਼ਨਸ ਹੈ, ਹਰ ਇੱਕ ਬੰਦਾ ਉੱਥੇ ਕੀ ਆ, ਹਰ ਇੱਕ ਚੀਜ਼ ਔਨਲਾਈਨ ਚੱਲ ਰਹੀ। ਠੀਕ ਹੈ ਜੀ, ਭਾਵੇਂ ਉਹਦੀ ਕਰਿਆਨੇ ਦੀ ਸ਼ੌਪ ਹੈ, ਭਾਵੇਂ ਕੋਈ ਜਿੰਮ ਹੈ, ਕੋਈ ਪਲੰਬਰ ਹੈ, ਕੋਈ ਛੋਟੇ ਤੋਂ ਛੋਟਾ ਕਾਰੋਬਾਰ ਹੈ, ਉਹ ਹਰ ਇੱਕ ਬੰਦਾ ਔਨਲਾਈਨ ਕਰ ਰਿਹਾ ਵੀ ਕੰਮ। ਵੀ ਮੇਰੇ ਕੋਲ ਔਨਲਾਈਨ ਇਨਕੁਆਇਰੀਆਂ ਆਉਣ, ਔਨਲਾਈਨ ਮੇਰੇ ਨਾਲ ਬੰਦੇ ਜੁੜਨ। ਉਹ ਸਾਰਾ ਕੁਝ ਕਾਹਦੇ ਨਾਲ ਪੋਸੀਬਲ ਆ? ਆਈਟੀ ਨਾਲ। ਤਾਂ ਕਰਕੇ ਉਹ ਵੱਧ ਵਿਕਸਿਤ ਨੇ। ਠੀਕ ਹੈ ਜੀ। ਸੋ ਸਾਡਾ ਕੰਮ ਕੀ ਹੈ ਕਿ ਵੀ ਇਹੋ ਜਿਹੇ ਬੰਦੇ ਅਸੀਂ ਲੱਭਦੇ ਹੈਗੇ। ਸਾਡੇ ਕੋਲ ਕੁਝ ਵੈਬਸਾਈਟਾਂ ਨੇਗੇ ਜਿੱਥੋਂ ਔਨਲਾਈਨ ਅਸੀਂ ਪ੍ਰੋਜੈਕਟ ਚੱਕਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਅਸੀਂ ਠੀਕ ਲੱਗਦੇ ਹਾਂ ਵੀ ਹਾਂ, ਅਸੀਂ ਰੇਟ ਦੇਖ ਲੈਂਦੇ ਵੀ ਹਾਂ, ਉਹਨਾਂ ਨਾਲ ਰੇਟ ਦੇਖ ਲੈਂਦੇ ਵੀ ਹਾਂ ਇੰਨੇ 'ਚ ਅਸੀਂ ਤੇਰਾ ਕੰਮ ਕਰ ਦਾਂਗੇ। ਠੀਕ ਹੈ ਜੀ। ਤੇ ਸਾਡਾ ਰੇਟ ਹੁੰਦਾ ਉਹੀ ਬਾਹਰਲੇ ਕਮਾਈ ਦੇ ਨਾਲ, ਡਾਲਰਾਂ ਦੇ ਥਰੂ। ਠੀਕ ਹੈ। ਤੇ ਜਿਹੜੇ ਡਾਲਰ ਨੇਗੇ ਉਹ ਸਾਨੂੰ ਇੱਥੇ ਟ੍ਰਾਂਸਫਰ ਕਰ ਦਿੰਦੇ ਜਦੋਂ ਅਸੀਂ ਇਹਨਾਂ ਦਾ ਕੰਮ ਡਿਲੀਵਰ ਕਰਦੇ ਹਾਂ। ਠੀਕ ਹੈ ਸਰ, ਮੰਨ ਲਓ ਤੁਸੀਂ ਬਹੁਤ ਹੀ ਵਧੀਆ ਇਨਫੋਰਮੇਸ਼ਨ ਦਿੱਤੀ ਆ ਕਿ ਆਪਾਂ ਬਾਹਰ ਬੈਠ ਕੇ ਪੈਸੇ ਕਮਾ ਸਕਦੇ ਹਾਂ। ਮੰਨ ਲਓ ਤੁਹਾਡੇ ਕੋਲ ਕੋਈ ਪ੍ਰੋਜੈਕਟ ਆਉਂਦਾ ਹੈ ਬਾਹਰੋਂ, ਤੇ ਉਸ ਤੋਂ ਬਾਅਦ ਤੁਹਾਡੇ ਕੀ ਕੀ ਸਟੈਪਸ ਹੁੰਦੇ ਨੇ, ਤੁਸੀਂ ਉਹਦੇ 'ਤੇ ਕਿਵੇਂ ਵਰਕ ਕਰਦੇ ਹੋ, ਕਿਵੇਂ ਆਪਣਾ ਟੀਮ ਮੈਨੇਜ ਕਰਦੇ ਹੋ, ਕਿਵੇਂ ਵਰਕ ਮੈਨੇਜ ਕਰਦੇ ਹੋ, ਇਹਦੇ ਬਾਰੇ ਕੁਝ ਜਾਣਕਾਰੀ ਦਿਓ। ਦੇਖੋ ਜੀ, ਪਹਿਲਾਂ ਤਾਂ ਅਸੀਂ ਕਲਾਇੰਟ ਨਾਲ ਐਗਜ਼ੈਕਟ ਡਿਸਕਸ ਕਰਦੇ ਹਾਂ ਵੀ ਉਹਦੀ ਕੀ ਰਿਕੁਆਇਰਮੈਂਟ ਹੈ ਤੇ ਉਹਨੂੰ ਕੀ ਚਾਹੀਦਾ ਤੇ ਉਹਦੀ ਡੈਡਲਾਈਨ ਕੀ ਨੇ, ਕਿੰਨੇ ਟਾਈਮ ਵਿੱਚ ਉਹਨੂੰ ਚਾਹੀਦਾ। ਇਹ ਸਾਰਾ ਕੁਝ ਅਸੀਂ ਇੱਕ ਵਾਰੀ ਉਹਦੇ ਨਾਲ ਫਿਕਸ ਕਰ ਲੈਂਦੇ ਹਾਂ। ਇੱਕ ਐਗਰੀਮੈਂਟ ਹੋ ਜਾਂਦਾ ਵੀ ਇੰਨੇ ਟਾਈਮ ਦੇ ਵਿੱਚ, ਇੰਨੇ ਬਜਟ ਦੇ ਵਿੱਚ ਅਸੀਂ ਕਰਕੇ ਦੇਣਾ। ਠੀਕ ਹੈ ਜੀ। ਫਿਰ ਅਸੀਂ ਉਹ ਪ੍ਰੋਜੈਕਟ ਨੂੰ, ਉਹ ਅਸੀਂ ਜਿਹੜਾ ਵੀ ਸਾਨੂੰ ਮਿਲਿਆ ਹੋਇਆ ਉਹਨੂੰ ਪਹਿਲਾਂ ਐਨਾਲਾਈਜ਼ ਕਰਦੇ ਹਾਂ ਵੀ ਇਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਹੋਊਗਾ। ਠੀਕ ਹੈ ਜੀ। ਫਿਰ ਉਸ ਦੇ ਮੁਤਾਬਕ ਅਸੀਂ ਉਹਨੂੰ ਡਿਜ਼ਾਈਨ ਕਰਦੇ ਹਾਂ। ਠੀਕ ਹੈ ਜੀ। ਜਦੋਂ ਡਿਜ਼ਾਈਨ ਕਰਤਾ, ਡਿਜ਼ਾਈਨ ਕਰਕੇ ਫਿਰ ਉਹਨੂੰ ਆਪਾਂ ਆਪਣੇ ਡਿਵਾਈਸਿਸ 'ਤੇ ਅਲੱਗ-ਅਲੱਗ 'ਤੇ ਚੈੱਕ ਕਰਦੇ ਵੀ ਉਹ ਠੀਕ ਹੈ। ਜਦੋਂ ਸਾਰਾ ਕੁਝ ਠੀਕ ਹੈ ਤਾਂ ਅਗਲਾ ਸਟੈਪ ਆ ਜਾਂਦਾ ਆਪਣਾ ਡਿਵੈਲਪਮੈਂਟ ਦਾ ਜੀ। ਠੀਕ ਹੈ। ਫਿਰ ਆਪਾਂ ਉਹਨੂੰ ਡਿਵੈਲਪ ਕਰਦੇ ਹਾਂ। ਡਿਵੈਲਪ ਦਾ ਮਤਲਬ ਵੀ ਉਹ 'ਚ ਆਪਾਂ ਫੰਕਸ਼ਨੈਲਿਟੀ ਪਾਉਂਦੇ ਜਿਹੜੀ ਆਪਾਂ ਨੂੰ ਕਲਾਇੰਟ ਨੇ ਕਹੀ ਹੁੰਦੀ ਹੈ। ਠੀਕ ਹੈ ਜੀ। ਇਹਦੇ ਬਾਅਦ ਉਹਨੂੰ ਆਪਾਂ ਟੈਸਟ ਕਰਦੇ ਹਾਂ, ਅਲੱਗ-ਅਲੱਗ ਕਸਟਮਰਾਂ ਕੋਲ ਜਾ ਕੇ ਟੈਸਟ ਕਰਾਉਂਦੇ ਹਾਂ। ਉਦੋਂ ਜਦੋਂ ਫੀਡਬੈਕ ਮਿਲਦੀ ਆ, ਉਹਨੂੰ ਅਸੀਂ ਹੋਰ ਇੰਪਰੂਵ ਕਰਦੇ ਹਾਂ। ਜਦੋਂ ਇੰਪਰੂਵ ਹੋ ਗਿਆ ਫਿਰ ਅਸੀਂ ਉਹਨੂੰ ਸਰਵਰ 'ਤੇ ਅਪਲੋਡ ਕਰਕੇ ਉਹਨੂੰ ਲਾਈਵ ਕਰ ਦਿੰਦੇ ਹਾਂ। ਠੀਕ ਹੈ ਸਰ, ਇਹਦੇ ਬਾਰੇ ਤੁਸੀਂ ਆਪਾਂ ਹੁਣ ਲਾਈਵ ਦੇਖਣਾ ਕਿ ਕਿਵੇਂ ਵਰਕ ਕਰਦੇ ਹੋ।
ਕਿਵੇਂ ਤੁਸੀਂ ਉਹਦਾ ਡਿਜ਼ਾਈਨ ਤਿਆਰ ਕਰਦੇ ਹੋ, ਕਿਵੇਂ ਡਿਜ਼ਾਈਨਿੰਗ ਪਾਰਟ ਆ ਜਾਂਦਾ, ਕਿਵੇਂ ਡਿਵੈਲਪਮੈਂਟ ਪਾਰਟ ਆ ਗਿਆ, ਉਹ ਆਪਾਂ ਲੈਬ ਦੇ ਵਿੱਚ ਅੱਗੇ ਚੈੱਕ ਕਰ ਲਾਂਗੇ। ਥੈਂਕ ਯੂ। ਠੀਕ। ਹੈਲੋ ਸਟੂਡੈਂਟਸ, ਅੱਜ ਦੇ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ HTML ਦੇ ਵਿੱਚ ਵੈਬਸਾਈਟ ਦਾ ਲੈਂਡਿੰਗ ਪੇਜ ਤਿਆਰ ਕਰਕੇ ਦਿਖਾਵਾਂਗਾ, ਜਿਸ ਨੂੰ ਆਪਾਂ ਹੋਮ ਪੇਜ ਵੀ ਕਹਿੰਦੇ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਮੈਂ ਸਬਲਾਈਮ ਟੈਕਸਟ ਐਡੀਟਰ ਯੂਜ਼ ਕਰ ਰਿਹਾ ਹਾਂ, ਜਿਸ ਦੇ ਵਿੱਚ ਮੈਂ ਕੋਡਿੰਗ ਕਰਕੇ ਦਿਖਾਵਾਂਗਾ। ਇਸ ਨੂੰ ਆਪਾਂ IDE ਵੀ ਕਹਿੰਦੇ ਆ। IDE ਤੋਂ ਭਾਵ ਇੰਟੀਗ੍ਰੇਸ਼ਨ ਡਿਵੈਲਪਮੈਂਟ ਐਨਵਾਇਰਨਮੈਂਟ। ਇੱਦਾਂ ਦੇ ਤੁਹਾਨੂੰ ਹੋਰ ਬਹੁਤ ਸਾਰੇ IDE ਮਿਲ ਜਾਣਗੇ, ਜਿੱਦਾਂ Notepad++, VS Code ਐਡੀਟਰ, Atom, ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਲੇਕਿਨ ਹੁਣੇ ਮੈਂ ਸਬਲਾਈਮ ਟੈਕਸਟ ਯੂਜ਼ ਕਰਕੇ ਹੀ ਦਿਖਾਵਾਂਗਾ। ਤਾਂ ਸਭ ਤੋਂ ਪਹਿਲਾਂ ਆਪਾਂ ਫੋਲਡਰ ਸਟਰਕਚਰ ਬਣਾ ਲੈਂਦੇ ਹਾਂ, ਜਿਸ ਦੇ ਵਿੱਚ ਆਪਾਂ ਇਮੇजेस ਔਰ ਆਪਣੀ ਇੰਡੈਕਸ ਫਾਈਲ ਨੂੰ ਸੇਵ ਕਰਾਂਗੇ, ਜੋ ਕਿ ਆਪਣੀ HTML ਫਾਈਲ ਹੋਵੇਗੀ। ਔਰ ਇੱਥੇ ਮੈਂ ਕੀਬੋਰਡ ਦਾ ਸ਼ਾਰਟਕਟ Ctrl+S ਪ੍ਰੈਸ ਕਰਾਂਗਾ ਔਰ ਆਪਣੇ D ਡਰਾਈਵ ਦੇ ਵਿੱਚ ਜਾ ਕੇ ਨੀਚੇ ਇੱਕ ਫੋਲਡਰ ਬਣਾ ਲਵਾਂਗਾ, ਜਿਸ ਦਾ ਮੈਂ ਨਾਮ ਰੱਖ ਲੈਣਾ HTML। ਔਰ ਇਸ ਦੇ ਅੰਦਰ ਮੈਂ ਦੋ ਫੋਲਡਰ ਬਣਾਵਾਂਗਾ। ਇੱਕ ਇਮੇਜ ਨਾਮ ਦਾ ਫੋਲਡਰ, ਜਿਸ ਦੇ ਵਿੱਚ ਮੈਂ ਆਪਣੀਆਂ ਇਮੇजेस ਰੱਖਾਂਗਾ, ਜੋ ਕਿ ਆਪਾਂ ਆਪਣੀ ਵੈਬਸਾਈਟ ਦੇ ਵਿੱਚ ਯੂਜ਼ ਕਰਾਂਗੇ। ਔਰ ਇੱਕ CSS ਨਾਮ ਦਾ ਫੋਲਡਰ, ਜਿਹਦੇ ਵਿੱਚ ਆਪਾਂ style.css ਨਾਂ ਦੀ ਫਾਈਲ ਰੱਖਾਂਗੇ। style.css ਫਾਈਲ ਕੀ ਕਰੇਗੀ, ਆਪਣੀ ਵੈਬਸਾਈਟ ਦੇ ਵਿੱਚ ਜੋ ਵੀ ਆਪਾਂ ਕਲਰ ਫਿਲ ਕਰਾਂਗੇ ਔਰ ਆਪਣੇ ਜੋ ਵੀ ਐਲੀਮੈਂਟ ਹੋਗੇ ਉਹਨੂੰ ਲੈਫਟ ਰਾਈਟ ਜਾਂ ਟੌਪ ਬਾਟਮ ਕਰਾਂਗੇ, ਉਹ ਆਪਾਂ ਕਰਾਂਗੇ style.css ਨਾਂ ਦੀ ਫਾਈਲ ਦੇ ਵਿੱਚ। ਫੋਲਡਰ ਸਟਰਕਚਰ ਬਣਾਉਣ ਤੋਂ ਬਾਅਦ ਨੀਚੇ ਆਪਾਂ ਆਪਣੀ ਫਾਈਲ ਨੂੰ ਨਾਮ ਦੇ ਦਾਂਗੇ index.html। ਇਹ ਫਾਈਲ ਨੂੰ ਆਪਾਂ ਸੇਵ ਕਰਾਂਗੇ .html ਦੇ ਨਾਲ। ਇਹ ਆਪਣੀ HTML ਦੀ ਐਕਸਟੈਂਸ਼ਨ ਹੁੰਦੀ ਹੈ। ਇਸ ਤੋਂ ਬਾਅਦ ਆਪਾਂ ਇਸ ਨੂੰ ਸੇਵ ਕਰ ਦਾਂਗੇ। ਸੇਵ ਕਰਨ ਤੋਂ ਬਾਅਦ ਤੁਹਾਨੂੰ ਇੱਥੇ HTML ਟੈਗ ਹੈ ਜੋ ਸਟਾਰਟ ਕਰਨਾ ਹੋਵੇਗਾ ਔਰ ਐਂਟਰ ਮਾਰ ਦੇਣਾ ਹੈ। ਇੱਥੇ ਤੁਹਾਨੂੰ ਸਬਲਾਈਮ ਟੈਕਸਟ ਯੂਜ਼ ਕਰਨ ਦਾ ਇਹੀ ਇੱਕ ਫਾਇਦਾ ਹੈ, ਤੁਹਾਡੀ ਜੋ ਕੋਡਿੰਗ ਹੈ ਬਹੁਤ ਘੱਟ ਜਾਂਦੀ ਹੈ। ਇੱਕ IDE ਦੇ ਵਿੱਚ ਕੋਡਿੰਗ ਕਰਨ ਦਾ ਇਹੀ ਇੱਕ ਫਾਇਦਾ ਹੁੰਦਾ ਹੈ। ਇਸ ਤੋਂ ਬਾਅਦ ਤੁਹਾਨੂੰ ਤੁਹਾਡੇ ਹੈਡ ਟੈਗ ਦੇ ਵਿੱਚ ਬੂਟਸਟਰੈਪ ਦੀਆਂ ਲਾਇਬ੍ਰੇਰੀ ਫਾਈਲਸ ਲਗਾਉਣੀਆਂ ਹੋਣਗੀਆਂ। ਉਹ ਕਿੱਥੋਂ ਲੱਗਣਗੀਆਂ ਤੁਹਾਨੂੰ ਮੈਂ ਦੱਸ ਦਿੰਦਾ। ਬੂਟਸਟਰੈਪ ਫॉर W3 ਸਕੂਲ ਤੁਹਾਨੂੰ ਇਹ ਲਿਖਣਾ ਹੈ ਔਰ ਪਹਿਲੇ ਲਿੰਕ ਤੇ ਕਲਿੱਕ ਕਰਨਾ ਹੈ। ਪਹਿਲੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਟਰਾਈ ਇਟ ਯੂਅਰਸੈਲਫ ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਬੂਟਸਟਰੈਪ ਦੀਆਂ ਜੋ ਲਾਇਬ੍ਰੇਰੀ ਫਾਈਲਸ ਹੈ, ਮੈਟਾ ਟੈਗ ਤੋਂ ਲੈ ਕੇ ਸਕ੍ਰਿਪਟ ਟੈਗ ਤੱਕ ਤੁਹਾਨੂੰ ਕਾਪੀ ਕਰ ਲੈਣੀਆਂ ਹਨ। ਕਾਪੀ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੇ ਕੋਡ ਐਡੀਟਰ ਦੇ ਵਿੱਚ ਜਾਣਾ ਹੈ। HTML ਦਾ ਜੋ ਹੈਡ ਟੈਗ ਹੈ ਉਸ ਦੇ ਅੰਦਰ ਪੇਸਟ ਕਰ ਦੇਣੀਆਂ ਹਨ। ਇਹ ਕੀ ਹੁੰਦੀਆਂ ਹਨ ਮੈਂ ਤੁਹਾਨੂੰ ਦੱਸ ਦਿੰਦਾ। ਇਹ ਲਾਇਬ੍ਰੇਰੀ ਫਾਈਲਸ ਹੁੰਦੀਆਂ ਹਨ ਜੋ ਕਿ ਤੁਹਾਡੀ ਵੈਬਸਾਈਟ ਨੂੰ ਰਿਸਪੌਂਸਿਵ ਬਣਾਉਂਦੀਆਂ ਹਨ। ਇਹ ਲਗਾਉਣੀਆਂ ਤੁਹਾਨੂੰ ਬੇहद ਜ਼ਰੂਰੀ ਹਨ ਜਦੋਂ ਤੁਸੀਂ ਬੂਟਸਟਰੈਪ ਨੂੰ ਯੂਜ਼ ਕਰ ਰਹੇ ਹੋ। ਬੂਟਸਟਰੈਪ HTML ਦਾ ਲੇਟੈਸਟ ਵਰਜ਼ਨ ਹੈ, ਇਹ ਤੁਹਾਨੂੰ ਯਾਦ ਰੱਖਣਾ ਹੈ। ਇਸ ਤੋਂ ਬਾਅਦ ਤੁਹਾਨੂੰ ਬੋਡੀ ਦੇ ਅੰਦਰ ਆਉਣਾ ਹੈ। ਹੁਣ ਆਪਾਂ ਤਿਆਰ ਕਰਾਂਗੇ ਨਵਵਾਰ। ਨਵਵਾਰ ਕੀ ਹੁੰਦੀ ਹੈ, ਜਿਸ ਤਰ੍ਹਾਂ ਆਪਣੀ ਵੈਬਸਾਈਟ ਹੈ, ਤੁਹਾਨੂੰ ਮੈਂ ਦਿਖਾ ਦਿੰਦਾ ਹੈ। ਆਹ ਤੁਸੀਂ ਦੇਖ ਸਕਦੇ ਹੋ ਇੱਥੇ ਜਾਵਾਸਕ੍ਰਿਪਟ, CSS, SQL, ਪਾਈਥਨ, ਇਹ ਇਸ ਸਾਈਟ ਦੀ ਨਵਵਾਰ ਹੈ ਜੋ ਕਿ W3 ਸਕੂਲ ਵਾਲਿਆਂ ਨੇ ਬਣਾ ਕੇ ਰੱਖੀ ਹੋਈ ਹੈ। ਇੱਦਾਂ ਹੀ ਆਪਾਂ ਆਪਣੀ ਵੈਬਸਾਈਟ ਦੇ ਲਈ ਨਵਵਾਰ ਬਣਾਵਾਂਗੇ ਆਪਣੇ ਕੋਡ ਐਡੀਟਰ ਦੇ ਵਿੱਚ। ਤਾਂ ਨਵਵਾਰ ਬਣਾਉਣ ਦੇ ਲਈ ਤੁਹਾਨੂੰ ਨਵ ਟੈਗ ਹੈ ਜੋ ਯੂਜ਼ ਕਰਨਾ ਹੁੰਦਾ ਹੈ ਔਰ ਇਹਦੇ ਅੰਦਰ ਆਪਾਂ ਨੂੰ ਕਲਾਸ ਲੈਣੀ ਪੜੇਗੀ ਨਵਵਾਰ। ਔਰ ਤੁਹਾਨੂੰ ਪਹਿਲਾਂ ਦੱਸਦਾ ਮੈਂ ਕਲਾਸ ਕੀ ਹੁੰਦੀ ਹੈ। ਕਲਾਸ ਨੂੰ ਤੁਸੀਂ ਬਹੁਤ ਜਗ੍ਹਾ ਯੂਜ਼ ਕਰ ਸਕਦੇ ਹੋ ਔਰ ਕਲਾਸ ਦੇ ਵਿੱਚ ਤੁਸੀਂ ਬੂਟਸਟਰੈਪ ਦੀਆਂ ਜੋ ਪ੍ਰੀ ਡਿਜ਼ਰਵ ਕਲਾਸਾਂ ਹੈ ਉਹਨਾਂ ਨੂੰ ਵੀ ਯੂਜ਼ ਕਰ ਸਕਦੇ ਹੋ। ਔਰ ਇੱਕ ID ਹੁੰਦੀ ਹੈ ਜਿਸ ਨੂੰ ਤੁਸੀਂ ਸਿਰਫ ਇੱਕ ਥਾਂ ਤੇ ਹੀ ਯੂਜ਼ ਕਰ ਸਕਦੇ ਹੋ। ਔਰ ਨਵਵਾਰ ਮੈਂ ਯੂਜ਼ ਕਰਦਾ ਹਾਂ। ਨਵਵਾਰ ਦੇ ਨਾਲ ਮੈਂ ਇੱਕ ਕਲਾਸ ਔਰ ਯੂਜ਼ ਕਰਾਂਗਾ, ਨਵਵਾਰ ਐਕਸਪੈਂਡ LG। ਇਸ ਤੋਂ ਬਾਅਦ ਆਪਾਂ ਆਪਣੇ ਨਵਵਾਰ ਦੇ ਵਿੱਚ ਆਪਣੇ ਬ੍ਰਾਂਡ ਦਾ ਨਾਮ ਲਿਖਾਂਗੇ, ਜੋ ਵੀ ਮੇਰੀ ਵੈਬਸਾਈਟ ਦਾ ਨਾਮ ਹੋਵੇਗਾ ਉਹ ਮੈਂ ਲਿਖਾਂਗਾ ਐਂਕਰ ਟੈਗ ਦੇ ਵਿੱਚ। ਐਂਕਰ ਟੈਗ ਯੂਜ਼ ਕੀਤਾ ਜਾਂਦਾ ਹੈ ਲਿੰਕਸ ਦੇ ਲਈ। ਤਾਂ ਮੇਰੇ ਕੋਲੇ ਹੁਣੇ ਕੋਈ ਲਿੰਕ ਨਹੀਂ ਹੈ ਤਾਂ ਮੈਂ ਇੱਥੇ ਹੈਸ਼ ਲਾ ਕੇ ਇਸ ਨੂੰ ਨਲ ਕਰ ਦਾਂਗਾ। ਤਾਂ ਐਂਕਰ ਟੈਗ ਦੇ ਅੰਦਰ ਮੈਂ ਇੱਕ ਕਲਾਸ ਯੂਜ਼ ਕਰਾਂਗਾ ਜੋ ਕਿ ਨਵਵਾਰ ਦੀ ਪ੍ਰੀ ਡਿਜ਼ਰਵ ਕਲਾਸ ਹੈ, ਨਵਵਾਰ ਬ੍ਰਾਂਡ। ਜਦੋਂ ਵੀ ਮੈंने ਕਿਸੇ ਵੈਬਸਾਈਟ ਦਾ ਨਾਮ ਲਿਖਣਾ ਹੈ ਤਾਂ ਮੈਂ ਇਸ ਨਵਵਾਰ ਬ੍ਰਾਂਡ ਦੇ ਅੰਦਰ ਲਿਖਦਾ ਹਾਂ। ਤਾਂ ਇੱਥੇ ਮੈਂ ਲਿਖ ਦੇਣਾ ਹੈ ਕੋਈ ਵੀ, ਜੈਸੇ ਚੇਜ਼ ਪਾਰਕਰ। ਔਰ ਇਸ ਤੋਂ ਬਾਅਦ ਤੁਹਾਨੂੰ ਐਂਟਰ ਮਾਰਨਾ ਹੈ। ਮੈਂ ਤੁਹਾਨੂੰ ਆਊਟਪੁੱਟ ਦਿਖਾ ਦਿੰਦਾ ਨਾਲ ਦੀ ਨਾਲ। ਜਿੱਦਾਂ ਆਪਾਂ ਓਪਨ ਕਰਾਂਗੇ ਬਰਾਊਜ਼ਰ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਬੈਕਗਰਾਊਂਡ ਆ ਚੁੱਕੀ ਹੈ ਤੁਹਾਡੀ ਬਲੈਕ ਕਲਰ ਦੀ ਔਰ ਇੱਥੇ ਤੁਹਾਨੂੰ ਚੇਜ਼ ਪਾਰਕਰ ਲਿਖ ਕੇ ਆ ਰਿਹਾ ਹੈ। ਔਰ ਇਸ ਤੋਂ ਬਾਅਦ ਆਪਾਂ ਇੱਥੇ ਲਿੰਕ ਕ੍ਰੀਏਟ ਕਰਾਂਗੇ, ਜਿੱਦਾਂ ਹੋਮ, ਅਬਾਊਟ ਅਸ, ਕੰਟੈਕਟ ਅਸ, ਇੱਦਾਂ ਦੇ ਲਿੰਕ ਆਪਾਂ ਇੱਥੇ ਕ੍ਰੀਏਟ ਕਰਾਂਗੇ।
ਤਾਂ ਉਸ ਤੋਂ ਬਾਅਦ ਆਪਾਂ ਇੱਥੇ ਇੱਕ ਅਨਆਰਡਰ ਲਿਸਟ ਲਵਾਂਗੇ। ਅਨਆਰਡਰ ਲਿਸਟ ਲੈਣ ਦੇ ਲਈ ਆਪਾਂ ਨੂੰ UL ਟੈਗ ਯੂਜ਼ ਕਰਨਾ ਹੁੰਦਾ ਹੈ, ਔਰ UL ਟੈਗ ਦੇ ਅੰਦਰ ਆਪਾਂ ਇੱਕ ਕਲਾਸ ਲਾਵਾਂਗੇ ਜੋ ਕਿ ਹੋਵੇਗੀ ਨਵਵਾਰ ਨਵ। ਇਹ ਕਲਾਸ ਲੈਣੀ ਜ਼ਰੂਰੀ ਹੁੰਦੀ ਹੈ UL ਦੇ ਵਿੱਚ ਜਦੋਂ ਵੀ ਆਪਾਂ ਨਵਵਾਰ ਦੇ ਵਿੱਚ ਲਿੰਕਸ ਲੈਣੇ ਹੁੰਦੇ ਹਨ। ਇਸ ਤੋਂ ਬਾਅਦ ਆਪਾਂ ਇੱਕ LI ਲਵਾਂਗੇ। LI ਹੁੰਦੀ ਹੈ ਲਿਸਟ, ਔਰ ਇਹਦੇ ਅੰਦਰ ਆਪਾਂ ਇੱਕ ਕਲਾਸ ਲਵਾਂਗੇ ਨਵਵਾਰ ਆਈਟਮ, ਕਿਉਂਕਿ ਆਪਣੀ ਇਹ ਆਈਟਮ ਹੋਵੇਗੀ ਜਿਸ ਤਰ੍ਹਾਂ ਹੋਮ, ਅਬਾਊਟ ਅਸ, ਇਹ ਆਪਣੇ ਆਈਟਮਸ ਹਨ। ਔਰ ਇਹਨਾਂ ਨੂੰ ਆਪਾਂ ਲਿਖਾਂਗੇ ਐਂਕਰ ਟੈਗ ਦੇ ਅੰਦਰ। ਐਂਕਰ ਟੈਗ ਦੇ ਅੰਦਰ ਲਿਖਣ ਦਾ ਮੇਰਾ ਮਕਸਦ ਇਹ ਹੈ ਕਿਉਂਕਿ ਜਦੋਂ ਵੀ ਮੈਂ ਹੋਮ ਪੇਜ ਤੇ ਕਲਿੱਕ ਕਰਾਂ, ਜਿੱਦਾਂ ਮੈਂ ਅभी ਇਸ ਨੂੰ ਨਲ ਕਰ ਦੇਣਾ ਔਰ ਹੋਮ ਲਿਖ ਦੇਣਾ। ਜਦੋਂ ਵੀ ਮੇਰਾ ਹੋਮ ਪੇਜ ਤੇ ਕੋਈ ਕਲਿੱਕ ਕਰੇ ਤਾਂ ਹੋਮ ਪੇਜ ਮੇਰਾ ਰੀਫਰੈਸ਼ ਹੋ ਜਾਵੇ, ਜਾਂ ਮੇਰਾ ਇੱਥੇ ਮੰਨ ਲਓ ਕੰਟੈਕਟ ਅਸ ਲਿਖਿਆ ਹੋਇਆ ਹੈ, ਜਦੋਂ ਵੀ ਮੇਰਾ ਕੋਈ ਕੰਟੈਕਟ ਅਸ ਤੇ ਕਲਿੱਕ ਕਰੇ ਤਾਂ ਉਹ ਕੰਟੈਕਟ ਅਸ ਪੇਜ ਤੇ ਚਲਾ ਜਾਵੇ। ਉਦੋਂ ਮੈਂ ਇਸ ਪੇਜ ਦੇ ਉੱਤੇ ਕੰਟੈਕਟ ਅਸ .html ਦਾ ਲਿੰਕ ਦੇ ਦਾਂਗਾ। ਜਦੋਂ ਵੀ ਉਹ ਬੰਦਾ ਕੰਟੈਕਟ ਅਸ ਤੇ ਕਲਿੱਕ ਕਰੇਗਾ ਤਾਂ ਉਹ ਕੰਟੈਕਟ ਅਸ HTML ਤੇ ਚਲਾ ਜਾਵੇਗਾ। ਇਸ ਲਈ ਮੈਂ ਪਹਿਲਾਂ ਇਸ ਨੂੰ ਐਂਕਰ ਟੈਗ ਦੇ ਅੰਦਰ ਲਿਖਾਂਗਾ। ਔਰ ਹੁਣ ਮੈਂ ਇਹਨੇ ਕੋਈ ਲਿੰਕ ਨਹੀਂ ਦੇਣਾ ਤਾਂ ਮੈਂ ਇਸ ਨੂੰ ਹੈਸ਼ ਲਗਾ ਕੇ ਨਿਲ ਕਰ ਦਿੰਦਾ ਹਾਂ। ਔਰ ਇੱਥੇ ਤੁਸੀਂ ਇਸ ਨੂੰ ਕਲਾਸ ਦੇ ਸਕਦੇ ਹੋ ਨਵਵਾਰ ਲਿੰਕ, ਕਿਉਂਕਿ ਇਹ ਆਪਣਾ ਲਿੰਕ ਹੈ। ਔਰ ਇਸ ਤੋਂ ਬਾਅਦ ਮੈਂ ਇਸ ਨੂੰ ਕਾਪੀ ਕਰ ਲੈਣਾ, ਔਰ ਸੇਮ ਲਾਈਨ ਮੈਨੂੰ ਬਾਰ-ਬਾਰ ਲਿਖਣੀ ਪਵੇਗੀ, ਇਸ ਲਈ ਮੈਂ ਇਸ ਨੂੰ ਪੇਸਟ ਕਰ ਦਿੰਦਾ। ਔਰ ਨਾਮ ਹੈ ਜੋ ਮੈਂ ਬਾਅਦ ਵਿੱਚ ਐਡਿਟ ਕਰ ਦੇਵਾਂਗਾ। ਜਿੱਦਾਂ ਇੱਥੇ ਮੇਰਾ ਕੰਟੈਕਟ ਅਸ ਹੈ, ਮੈਂ ਇਸ ਨੂੰ ਹੋਮ ਕਰ ਦਿੰਦਾ ਹਾਂ, ਔਰ ਇਸ ਨੂੰ ਮੈਂ ਅਬਾਊਟ ਅਸ ਕਰ ਦਿੰਦਾ, ਔਰ ਇਸ ਨੂੰ ਮੈਂ ਕੰਟੈਕਟ ਅਸ ਹੀ ਰਹਿਣ ਦਿੰਦਾ, ਇਹਨੂੰ ਮੈਂ ਬਲੌਕ ਕਰ ਦਿੰਦਾ। ਠੀਕ ਹੈ, ਔਰ ਸੇਵ ਕਰਦਾ ਔਰ ਚੱਲਦੇ ਹਾਂ ਆਊਟਪੁੱਟ ਦੇ ਉੱਤੇ। ਔਰ ਮੈਂ ਪੇਜ ਨੂੰ ਰੀਫਰੈਸ਼ ਕਰਾਂਗਾ, ਤੁਸੀਂ ਦੇਖ ਸਕਦੇ ਹੋ ਜੋ ਮੇਰੇ ਲਿੰਕ ਹੈ ਜਾਂ ਇੱਥੇ ਆ ਚੁੱਕੇ ਹਨ, ਲੇਕਿਨ ਇਹ ਲਿੰਕ ਮੇਰੇ ਲੈਫਟ ਸਾਈਡ ਤੇ ਆ ਰਹੇ ਹਨ। ਮੈਂ ਚਾਹੁੰਦਾ ਇਹ ਰਾਈਟ ਸਾਈਡ ਤੇ ਆਉਣ, ਤਾਂ ਇੱਕ ਕਲਾਸ ਹੁੰਦੀ ਹੈ ML ਆਟੋ, ਇਹਦਾ ਮਤਲਬ ਹੈ ਮਾਰਜਿਨ ਲੈਫਟ ਆਟੋ। ਮੇਰੇ ਜੋ ਲੈਫਟ ਤੇ ਮਾਰਜਿਨ ਹੈ ਉਹ ਆਟੋਮੈਟਿਕਲੀ ਇਸ ਨੂੰ ਰਾਈਟ ਤੇ ਕਰ ਦੇਵੇਗਾ। ਤੁਸੀਂ ਦੇਖ ਸਕਦੇ ਹੋ ਇਹ ਰਾਈਟ ਤੇ ਆ ਚੁੱਕਾ ਹੈ। ਔਰ ਇਸ ਤੋਂ ਬਾਅਦ ਮੈਂ ਚਾਹੁੰਦਾ ਹਾਂ ਜੇ ਜੁੜਿਆ ਹੋਇਆ ਹੈ ਇਹਦੇ ਵਿੱਚ ਸਪੇਸ ਹੋਵੇ, ਤਾਂ ਮੈਂ ਇਹਦੇ ਵਿੱਚ ਹੁਣ CSS ਲਗਾਵਾਂਗਾ। CSS ਲਗਾਉਣ ਦੇ ਲਈ ਇੱਕ ਆਸਾਨ ਤਰੀਕਾ ਹੈ, ਤੁਸੀਂ ਰਾਈਟ ਕਲਿੱਕ ਕਰੋ, ਇੰਸਪੈਕਟ ਤੇ ਕਲਿੱਕ ਕਰੋ, ਇੱਥੇ ਤੁਸੀਂ ਸਿਲੈਕਟਰ ਤੇ ਕਲਿੱਕ ਕਰੋ, ਔਰ ਜਿਸ ਤੇ ਤੁਸੀਂ CSS ਲਗਾਉਣਾ ਚਾਹੁੰਦੇ ਹੋ ਉਸ ਟੈਗ ਤੇ ਜਾਂ ਉਸ ਐਲੀਮੈਂਟ ਤੇ ਤੁਸੀਂ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਪਲੱਸ ਸਾਈਨ ਇੱਥੇ ਦਿਖ ਰਿਹਾ ਹੋਵੇਗਾ, ਇਹ ਤੇ ਕਲਿੱਕ ਕਰਨਾ ਹੈ, ਇੰਸਪੈਕਟਰ ਸਟਾਈਲ ਸ਼ੀਟ ਤੇ ਕਲਿੱਕ ਕਰਨਾ ਹੈ, ਔਰ ਇਸ ਤੋਂ ਬਾਅਦ ਆਪਾਂ ਇੱਥੇ ਜੋ ਹੈ ਸਟਾਈਲ ਸ਼ੀਟ ਲਗਾ ਪਾਵਾਂਗੇ। ਜਿੱਦਾਂ ਮੈਂ ਪੈਡਿੰਗ ਲਗਾਉਣਾ ਚਾਹੁੰਦਾ ਤਾਂ ਮੈਂ ਪੈਡਿੰਗ ਦੇ ਦੇਣਾ 20 ਪਿਕਸਲ ਦੀ। ਤੁਸੀਂ ਦੇਖ ਸਕਦੇ ਹੋ ਸਪੇਸ ਹੈ ਜੋ ਮੇਰੀ ਇੱਥੇ ਆ ਚੁੱਕੀ ਹੈ, ਔਰ ਸਪੇਸ ਮੈਂ ਘੱਟ ਜ਼ਿਆਦਾ ਵੀ ਇੱਥੇ ਕਰ ਸਕਦਾ ਜਿੰਨੀ ਮੈਂ ਚਾਹਾਂ, ਤਾਂ ਇੰਨੀ ਮੈਨੂੰ ਬਹੁਤ ਲੱਗ ਰਹੀ ਹੈ। ਔਰ ਇਸ ਤੋਂ ਬਾਅਦ ਮੈਂ ਇਹਨੂੰ ਕਲਰ ਵੀ ਦੇ ਸਕਦਾ। ਕਲਰ ਦੇਣ ਲਈ ਮੈਂ ਇੱਥੇ ਇਹਨੂੰ ਇੱਦਾਂ ਮੈਂ ਹੈਕਸਾ ਦੇ ਵਿੱਚ ਵੀ ਲਿਖ ਸਕਦਾ, ਔਰ ਅਗਰ ਮੈਂ ਸਿੱਧਾ ਲਿਖਦਾ ਇੱਥੇ ਵਾਈਟ ਤਾਂ ਮੈਂ ਵਾਈਟ ਵੀ ਲਿਖ ਸਕਦਾ। ਔਰ ਇਸ ਤੋਂ ਬਾਅਦ ਮੈਂ ਇਸ ਨੂੰ ਫੌਂਟ ਸਾਈਜ਼ ਦੇ ਦੇਣਾ 20 ਪਿਕਸਲ ਦਾ। ਤੁਸੀਂ ਦੇਖ ਸਕਦੇ ਹੋ ਮੇਰੇ ਜੋ ਟੈਕਸਟ ਹੈ ਉਹ ਆਕਾਰ ਹੈ ਉਸਦਾ ਵੱਡਾ ਹੋ ਚੁੱਕਿਆ ਹੈ। ਔਰ ਇਸ ਤੋਂ ਬਾਅਦ ਮੈਂ ਇਸ ਨੂੰ ਟੈਕਸਟ ਡੈਕੋਰੇਸ਼ਨ ਔਨ ਕਰ ਦੇਣਾ, ਕਿਉਂਕਿ ਜਦੋਂ ਮੈਂ ਇਸ 'ਤੇ ਕਲਿੱਕ ਕਰਾਂਗਾ ਤਾਂ ਤੁਸੀਂ ਦੇਖ ਸਕਦੇ ਹੋ ਥੱਲੇ ਇੱਕ ਲਾਈਨ ਜੀ ਆ ਰਹੀ ਹੈ। ਇਸ ਨੂੰ ਹਟਾਉਣ ਦੇ ਲਈ ਟੈਕਸਟ ਡੈਕੋਰੇਸ਼ਨ ਨਨ ਇੱਕ ਪ੍ਰੋਪਰਟੀ ਹੁੰਦੀ ਹੈ, ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਹਟ ਚੁੱਕੀ ਹੈ। ਔਰ ਇਸ ਤੋਂ ਬਾਅਦ ਤੁਸੀਂ ਇੱਥੋਂ ਇਸ ਨੂੰ CSS ਨੂੰ ਕਾਪੀ ਕਰਨਾ, ਔਰ ਕਾਪੀ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਇੱਕ ਨਵੀਂ CSS ਫਾਈਲ ਕ੍ਰੀਏਟ ਕਰਾਂਗੇ, ਜਿਹਦੇ ਵਿੱਚ ਆਪਾਂ ਆਪਣੀ CSS ਨੂੰ ਸੇਵ ਕਰਾਂਗੇ ਕੰਟਰੋਲ S ਨਾਲ। ਔਰ ਆਪਣਾ CSS ਦਾ ਫੋਲਡਰ ਸੀਗਾ, ਔਰ ਉਹਦੇ ਵਿੱਚ ਆਪਾਂ style.css ਜੋ ਆਪਣੀ ਫਾਈਲ ਦਾ ਨਾਮ ਆਪਾਂ ਰੱਖਾਂਗੇ CSS, ਠੀਕ ਆ। ਸੇਵ ਕਰਾਂਗੇ। ਹੁਣ ਆਪਾਂ ਆਪਣੀ ਫਾਈਲ ਨੂੰ ਸੇਵ ਕਰ ਚੁੱਕੇ ਹਾਂ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਥੇ ਇਸ ਨੂੰ ਲਿੰਕ ਕਰਨਾ ਹੋਵੇਗਾ, ਕਿਉਂਕਿ ਤੁਸੀਂ ਜੋ ਤੁਹਾਡੀ ਫਾਈਲ ਹੈ ਉਹ CSS ਫੋਲਡਰ ਦੇ ਵਿੱਚ ਪਈ ਹੈ। ਤੁਹਾਡੇ ਇੰਡੈਕਸ ਫਾਈਲ ਨੂੰ ਨਹੀਂ ਪਤਾ ਹੈ ਤੁਹਾਡੇ CSS ਫਾਈਲ ਵਿੱਚ ਕੀ ਹੈ, ਤਾਂ ਉਸ ਨੂੰ ਦੱਸਣ ਦੇ ਲਈ ਤੁਹਾਨੂੰ ਉਸ ਨੂੰ ਲਿੰਕ ਕਰਨਾ ਹੋਵੇਗਾ। ਲਿੰਕ ਕਰਨ ਦੇ ਲਈ ਤੁਹਾਨੂੰ ਲਿੰਕ ਲਿਖਣਾ ਹੋਵੇਗਾ, ਔਰ ਇੱਥੇ ਜੋ ਤੁਹਾਡਾ ਪਾਥ ਹੈ ਉਸ ਨੂੰ ਪਾਥ ਦੇਣਾ ਹੋਵੇਗਾ।
ਕਿਸੇ ਵੀ ਫੋਲਡਰ ਦੇ ਵਿੱਚ ਜਾਣ ਲਈ ਤੁਹਾਨੂੰ ਡਾਟ ਲਿਖਣਾ ਹੋਵੇਗਾ ਔਰ ਸਲੈਸ਼ ਜੋ ਪਾਰਟੀਸ਼ਨ ਕਰਦਾ ਹੈ। ਆਪਣਾ CSS ਫੋਲਡਰ ਸੀ, ਉਹਦੇ ਵਿੱਚ ਆਪਣੀ ਫਾਈਲ ਦਾ ਨਾਮ ਸੀ style.css ਔਰ ਮੈਂ ਇਸਨੂੰ ਸੇਵ ਕਰਾਂਗਾ। ਔਰ ਇਸ ਤੋਂ ਬਾਅਦ ਜਦੋਂ ਤੁਸੀਂ ਦੇਖੋਗੇ, ਰੀਫਰੈਸ਼ ਕਰੋਗੇ ਪੇਜ ਨੂੰ, ਤਾਂ ਤੁਹਾਡੀ CSS ਹੈ ਜੋ ਲੱਗ ਚੁੱਕੀ ਹੈ। ਠੀਕ ਹੈ, ਇੱਦਾਂ ਤੁਸੀਂ ਆਪਣੀ CSS ਨੂੰ ਲਗਾ ਸਕਦੇ ਹੋ। ਤਾਂ ਇਸ ਤੋਂ ਬਾਅਦ ਆਪਾਂ ਇਸ ਬ੍ਰਾਂਡ ਦਾ ਵੀ ਕਲਰ ਚੇਂਜ ਕਰਾਂਗੇ। ਤਾਂ ਇੱਥੇ ਤੁਹਾਨੂੰ ਸਿਲੈਕਟਰ 'ਤੇ ਕਲਿੱਕ ਕਰਨਾ ਹੋਵੇਗਾ, ਆਪਣੇ ਐਲੀਮੈਂਟ 'ਤੇ ਕਲਿੱਕ ਕਰਨਾ ਹੋਵੇਗਾ, ਪਲੱਸ ਦੇ ਸਾਈਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੀ style.css ਹੈ ਜੋ ਫਾਈਲ ਆ ਚੁੱਕੀ ਹੈ। ਇਸ ਤੋਂ ਬਾਅਦ ਤੁਸੀਂ ਇਸ 'ਤੇ ਕਲਿੱਕ ਕਰ ਸਕਦੇ ਹੋ, ਜੋ ਕਿ ਤੁਹਾਡੀ style.css ਫਾਈਲ ਸੀ। ਇਸ ਤੋਂ ਬਾਅਦ ਮੈਂ ਇਸ ਦਾ ਕਲਰ ਦੇ ਦਾਂਗਾ ਵਾਈਟ ਔਰ ਇਸ ਨੂੰ ਪੈਡਿੰਗ ਦੇ ਦਾਂਗਾ ਲੈਫਟ ਤੋਂ, ਕਿਉਂਕਿ ਇਹ ਲੈਫਟ ਦੇ ਵਿੱਚ ਥੋੜ੍ਹਾ ਜ਼ਿਆਦਾ ਹੈ ਔਰ ਮੈਂ ਲੈਫਟ ਤੋਂ ਇਸ ਨੂੰ ਪੈਡਿੰਗ ਦੇ ਦਿੰਦਾ 30 ਪਿਕਸਲ ਦੀ। ਤੁਸੀਂ ਦੇਖ ਸਕਦੇ ਹੋ ਮੇਰਾ ਇਹ ਥੋੜ੍ਹਾ ਰਾਈਟ में नहीं आ ਚੁੱਕਿਆ ਹੈ। ਅਗਰ ਤੁਸੀਂ ਇੱਥੋਂ ਜ਼ਿਆਦਾ ਦੇਣਾ ਚਾਹੁੰਦੇ ਹੋ ਤਾਂ ਜ਼ਿਆਦਾ ਵੀ ਦੇ ਸਕਦੇ ਹੋ। ਔਰ ਮੈਂ 30 ਪਿਕਸਲ ਹੀ ਦੇਵਾਂਗਾ ਔਰ ਫੌਂਟ ਸਾਈਜ਼ ਦੇ ਦੇਣਾ 30 ਪਿਕਸਲ ਦਾ। और तुम देख सकते हो इसका टैक्सट बड़ा हो चुका है, लेकिन कुछ ज़्यादा ही बड़ा हो चुका है। मैं इसको घट कर देना 25 पिक्सल कर देना। और इस तो बाद तुम इस CSS नूं पूरी नूं कॉपी कर लेना और कॉपी करने तो बाद तुहाडी जो CSS फाइल है style.css उसदे विच जाके तुसीं इसनूं पेस्ट कर देना। तुहाडी CSS है जो लग चुकी है, तुसीं देख सकते हो। इस तो बाद आपां नीचे जो वाइट एरिया अपना बच गया ਉਹਦੇ ਵਿੱਚ ਆਪਾਂ ਇਮੇਜ ਲਗਾਵਾਂਗੇ। ਤਾਂ ਪਹਿਲਾਂ ਆਪਾਂ ਇਮੇਜ ਕਾਪੀ ਕਰਕੇ ਆਪਣੇ ਫੋਲਡਰ ਦੇ ਵਿੱਚ ਪੇਸਟ ਕਰ ਲੈਂਦੇ ਹਾਂ। ਜਿੱਦਾਂ ਮੇਰੀ ਆਹ ਇਮੇਜ ਪਈ ਹੈ, ਇਹਨੂੰ ਮੈਂ Ctrl+X ਕਰਾਂਗਾ ਔਰ ਦਿਸ PC ਦੇ ਵਿੱਚ ਜਾ ਕੇ D ਡਰਾਈਵ 'ਚ ਮੇਰਾ HTML ਫੋਲਡਰ ਸੀ ਔਰ ਇਹਦੇ ਵਿੱਚ ਮੇਰਾ ਇਮੇਜ ਫੋਲਡਰ ਪਿਆ ਔਰ ਇਸ ਦੇ ਵਿੱਚ ਮੈਂ ਆਪਣੀ ਫਾਈਲ ਨੂੰ ਸੇਵ ਕਰ ਦਿੰਦਾ ਔਰ ਇਹਦਾ ਮੈਂ ਨਾਮ ਚੇਂਜ ਕਰ ਲੈਣਾ। ਇਹਦਾ ਮੈਂ ਨਾਮ ਰੱਖ ਲੈਣਾ ਬੈਨਰ। ਠੀਕ ਹੈ। और इस तो बाद आप इमेज लगावांगे अपने वैबसाइट के उपर, इत्थे जो भी अपना वाइड एरिया दिख रहा है। तो चलते आप कोडिंग दे विच। हुण इत्थे तक अपना काम कंप्लीट हो चुका सी। जो अपनी नववार सी उन्होंने आप क्रिएट कर चुके हैं और नीचे आप इमेज लगावांगे बैनर वास्ते। तो एक सैक्शन बना लेने और इसनूं आप क्लास दे देने बैनर और सेव करांगे और CSS दे विच आप इहनूं लगावांगे। मैं पेज नूं रीफ्रैश कर देना और इंस्पैक्ट करांगे। इस तो बाद तुसीं बॉडी दे विच जाना, इत्थे आपां सैक्शन बैनर हुणे बनाया सी। इस तो बाद आपां प्लस दे साइन ते क्लिक करांगे, style.css ते करांगे और बैकग्राउंड इमेज लगाउण दे वास्ते तुहानूं बैकग्राउंड यूज करना पड़ेगा। URL वरता जांदा फाइल दे सोर्स दे लई जिथे तुहाडी फाइल पई है। मैंने तुहानूं पहले भी दस्सिया सी डॉट लगाया जांदा फाइल दे फोल्डर दे विच जाण दे लई, स्लैश लाई जांदी है पार्टीशन करन दे लई। इमेज अपना फोल्डर का नाम सी, स्लैश लावांगे बैनर .jpg अपनी फाइल की एक्सटेंशन सी। इस तो बाद आप हाइट दे देने यदि 500 पिक्सल। इस तो बाद आप एक प्रॉपर्टी वरत लेने जो कि है बैकग्राउंड साइज। बैकग्राउंड साइज साइज दे विच आप कवर यूज करांगे। तुसीं देख सकते हो मेरी इमेज है जो पूरी आ चुकी है इदा। और इस तो बाद मैं CSS नूं कॉपी करांगा और अपने HTML जो मेरी style.css है वो जाके पेस्ट कर देवांगा। पेस्ट करने तो बाद तुसीं इत्थे देख सकते हो मैंने कट कर देना इंस्पैक्टर नूं। तुसीं देख सकते हो मेरी इमेज है जो लग चुकी है। इस तो बाद अपना जो वाइट एरिया है आप देख सकते हो। तुसीं जो पेपर है ये उपर आप एक टैक्सट लिखांगे। चलते आप कोडिंग दे विच देखते हैं किद्दां लिखांगे। और तुसीं देखा सी आप सैक्शन बनाया सी बैनर दा। हुण इस दे अंदर आप एक कंटेनर लवांगे। कंटेनर एक खाली बॉक्स हुंदा जिहदे अंदर आप कोई भी कंटेंट लिखते हैं। कंटेनर इहदा मैं तुहानूं style.css दे विच बॉर्डर लगा के दिखा दिंदा कंटेनर हुंदा की है। तो बॉर्डर लगाउण दे लई तुहानूं बॉर्डर लिखना होवेगा और इस तो बाद इहदा आपां पिक्सल दे देना जैसे 2 पिक्सल सॉलिड
ਬਲੈਕ ਦੇ ਦਿੰਦੇ ਹਾਂ ਔਰ ਇਹਦੀ ਹਾਈਟ ਦੇ ਦਿੰਦੇ ਹਾਂ 100 ਪਿਕਸਲ ਦੀ। ਹੁਣ ਤੁਸੀਂ ਦੇਖੋਗੇ ਕੰਟੇਨਰ ਕੀ ਚੀਜ਼ ਹੈ। ਆਪਾਂ ਆਊਟਪੁੱਟ ਤੇ ਚੱਲਦੇ ਹਾਂ। ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਲਾਈਨ ਤੁਹਾਨੂੰ ਦਿਖ ਰਹੀ ਹੋਵੇਗੀ ਬਾਕਸ ਦੀ ਤਰ੍ਹਾਂ, ਇੱਕ ਲੰਬਾ ਜਿਹਾ ਬਾਕਸ ਤੁਹਾਨੂੰ ਦਿਖ ਰਿਹਾ ਹੋਵੇਗਾ। ਇਹ ਕੰਟੇਨਰ ਹੁੰਦਾ ਹੈ। ਕੰਟੇਨਰ ਦੇ ਅੰਦਰ ਆਪਾਂ ਕੁਝ ਵੀ ਲਿਖ ਸਕਦੇ ਹਾਂ। ਤੁਸੀਂ ਹੈਡਿੰਗ ਲਿਖ ਸਕਦੇ ਹੋ, ਤੁਸੀਂ ਪੈਰਾਗ੍ਰਾਫ ਲਿਖ ਸਕਦੇ ਹੋ, ਤੁਸੀਂ ਇਹਦੇ ਅੰਦਰ ਬਟਨ ਬਣਾ ਸਕਦੇ ਹੋ। ਪੂਰੀ ਵੈਬਸਾਈਟ ਕੰਟੇਨਰ 'ਤੇ ਟਿਕੀ ਹੋਈ ਹੈ। ਕੰਟੇਨਰ ਮੰਨ ਲਓ ਕੋਈ ਵੀ ਇੱਕ ਬਾਕਸ ਹੈ ਜਿਹਦੇ ਅੰਦਰ ਤੁਸੀਂ ਕੋਈ ਵੀ ਚੀਜ਼ ਸਟੋਰ ਕਰ ਸਕਦੇ ਹੋ। ਇੱਦਾਂ ਹੀ ਵੈਬਸਾਈਟ ਦੇ ਵਿੱਚ ਕੰਟੇਨਰ ਹੁੰਦਾ ਹੈ ਜਿਹਦੇ ਅੰਦਰ ਤੁਸੀਂ ਕੋਈ ਵੀ HTML ਦਾ ਕੋਈ ਵੀ ਐਲੀਮੈਂਟ ਇਹਦੇ ਵਿੱਚ ਪਾ ਸਕਦੇ ਹੋ, ਸਟੋਰ ਕਰ ਸਕਦੇ ਹੋ। ਔਰ ਇਸ ਤੋਂ ਬਾਅਦ ਆਪਾਂ ਇੱਕ ਲਵਾਂਗੇ ਰੋ। ਤੁਹਾਨੂੰ ਪਤਾ ਹੈ ਰੋ ਹੌਰੀਜੈਂਟਲ ਟਾਈਪ ਹੁੰਦੀ ਹੈ ਔਰ ਆਪਣੀ ਕਾਲਮ ਹੈ ਜੋ ਵਰਟੀਕਲ ਹੁੰਦਾ ਹੈ। ਤਾਂ ਆਪਾਂ ਇੱਕ ਰੋ ਲਵਾਂਗੇ। ਉਹ ਕਿਉਂ ਲਵਾਂਗੇ ਮੈਂ ਤੁਹਾਨੂੰ ਹੁਣੇ ਦੱਸਦਾ। ਮੈਂ ਇਹਦਾ ਬਾਰਡਰ ਹਟਾ ਦਿੰਦਾ। ਇਹ ਮੈਂ ਤੁਹਾਨੂੰ ਸਮਝਾਉਣ ਵਾਸਤੇ ਲਾਇਆ ਸੀ। ਹੁਣ ਇਹਦੇ ਅੰਦਰ ਮੈਂ ਲੈਣਾ ਇੱਕ ਰੋ। ਬੂਟਸਟਰੈਪ ਦੇ ਵਿੱਚ ਇੱਕ ਰੋ ਦੇ ਵਿੱਚ 12 ਕਾਲਮ ਹੁੰਦੇ ਹਨ। ਤੁਹਾਨੂੰ ਹਮੇਸ਼ਾ ਯਾਦ ਰੱਖਣਾ, ਹਮੇਸ਼ਾ ਹੀ ਬੂਟਸਟਰੈਪ ਦੇ ਵਿੱਚ ਜੋ ਕਿ HTML ਦਾ ਨਵਾਂ ਵਰਜ਼ਨ ਹੈ, ਇਹਦੇ ਵਿੱਚ ਇੱਕ ਰੋ ਦੇ ਵਿੱਚ 12 ਕਾਲਮ ਹੁੰਦੇ ਨੇ। ਠੀਕ ਹੈ, ਤਾਂ ਉਹ 12 ਹੀ ਹੋਣਗੇ ਭਾਵੇਂ ਜਿੰਨੀਆਂ ਮਰਜ਼ੀ ਰੋ ਲੈ ਲਓ ਤੁਸੀਂ। ਇਸ ਤੋਂ ਬਾਅਦ ਤੁਹਾਨੂੰ ਹੁਣ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ 12 ਕਾਲਮ ਹੁੰਦੇ ਨੇ। ਤਾਂ ਮੈਨੂੰ ਹੁਣ ਇੱਥੇ 2 ਕਾਲਮ ਚਾਹੀਦੇ ਨੇ। ਇੱਦਾਂ ਇਹਦੇ ਵਿਚਾਲੇ ਪਾਰਟੀਸ਼ਨ ਚਾਹੀਦੀ ਆ। ਤਾਂ ਮੇਰਾ 12 ਕਾਲਮ ਦੀ ਮੇਰੀ ਇੱਕ ਰੋ ਆ। ਜੇ ਮੈਨੂੰ 2 ਕਾਲਮ ਚਾਹੀਦੇ ਨੇ ਤਾਂ ਮੈਂ 2 ਕਾਲਮ ਨੂੰ 12 'ਤੇ ਡਿਵਾਈਡ ਕਰ ਲਵਾਂਗਾ। ਤਾਂ ਤੁਸੀਂ ਦੇਖ ਸਕਦੇ ਹੋ 6 ਦੇ ਮੇਰੇ 2 ਬਣ ਗਏ ਤਾਂ 6 ਦੂਣੀ 12। ਠੀਕ ਆ, ਇੱਦਾਂ ਮੇਰੇ 6 ਦੇ 2 ਕਾਲਮ ਬਣ ਜਾਣਗੇ। ਤਾਂ ਮੈਂ ਇੱਥੇ ਲਿਖਾਂਗਾ div ਕਲਾਸ ਕਾਲ md 6 ਕਿਉਂਕਿ ਮੈਨੂੰ 2 ਕਾਲਮ ਚਾਹੀਦੇ ਨੇ ਅਤੇ ਮੇਰੇ ਟੋਟਲ ਹੈਗੇ ਨੇ 12 ਕਾਲਮ। ਠੀਕ ਆ, ਇੱਕ ਰੋ ਦੇ ਵਿੱਚ। ਤਾਂ ਮੈਂ 6 ਦੇ 2 ਕਾਲਮ ਬਣਾ ਲਾਂਗਾ। ਔਰ ਇਸ ਤੋਂ ਬਾਅਦ ਮੈਨੇ ਇਸ ਏਰੀਏ ਦੇ ਵਿੱਚ ਟੈਕਸਟ ਲਿਖਣਾ ਹੈ। ਤਾਂ ਮੈਂ ਕੋਈ ਵੀ ਸਲੋਗਨ ਹੈ ਔਨਲਾਈਨ ਕਾਪੀ ਕਰ ਲੈਣਾ। ਜਿੱਦਾਂ ਮੈਂ ਕੰਪਨੀ ਦਾ ਨਾਮ ਹੀ ਲਿਖ ਦਿੰਦਾ। ਤਾਂ ਦੂਜਾ 6 ਮੇਰਾ ਇਹ ਵਾਲਾ ਹੈ। ਤਾਂ ਇਸ ਤੋਂ ਬਾਅਦ ਮੈਂ ਇੱਥੇ ਤੁਹਾਨੂੰ ਟੈਕਸਟ ਲਿਖ ਕੇ ਦਿਖਾਵਾਂਗਾ। ਤਾਂ ਆਪਾਂ ਇਸ 6 ਦੇ ਵਿੱਚ, ਕਿਉਂਕਿ ਇਹ ਦੂਜਾ 6 ਹੈ ਮੇਰਾ, ਪਹਿਲਾ 6 ਇਸ ਸਾਈਡ ਸੀ ਅਤੇ ਦੂਜਾ 6 ਮੇਰਾ ਇਸ ਸਾਈਡ ਹੈ। ਤਾਂ ਇਸ ਦੇ ਅੰਦਰ ਮੈਂ ਕੁਝ ਵੀ ਲਿਖ ਲੈਣਾ। ਜਿਸ ਤਰ੍ਹਾਂ ਮੈਂ H3 ਦੇ ਵਿੱਚ ਇਹਦੇ ਅੰਦਰ ਲਿਖ ਲੈਣਾ ਚੇਜ਼ ਪਾਰਕਰ ਟੈਕਨੋਲੋਜੀਜ਼। ਔਰ ਮੈਂ H3 ਨੂੰ ਇੱਕ ID ਦੇ ਦੇਣਾ ਹੈ ਤਾਂ ਕਿ ਮੈਂ ਇਸ ਨੂੰ CSS ਦੇ ਵਿੱਚ ਕਲਰ ਦੇ ਸਕਾਂ। ਮੈਂ ਇਸ ਨੂੰ ਚੇਜ਼ ਇੱਕ ID ਦੇ ਦੇਣਾ ਔਰ ਸੇਵ ਕਰ ਦੇਣਾ। ਔਰ ਜਦੋਂ ਮੈਂ ਰੀਫਰੈਸ਼ ਕਰੂੰਗਾ ਤਾਂ ਤੁਸੀਂ ਦੇਖ ਸਕਦੇ ਹੋ ਚੇਜ਼ ਪਾਰਕ ਟੈਕਨੋਲੋਜੀਜ਼ ਮੇਰਾ ਉੱਪਰਲੀ ਸਾਈਡ 'ਤੇ ਆ ਚੁੱਕਿਆ ਹੈ। ਤਾਂ ਇਸ ਨੂੰ ਮੈਂ ਇੱਥੇ ਵਿਚਾਲੇ ਲੈ ਕੇ ਆਉਣਾ ਚਾਹੁੰਦਾ। ਤਾਂ ਮੈਂ ਇੰਸਪੈਕਟ ਕਰੂੰਗਾ। ਹੁਣ ਮੈਂ CSS ਲਗਾਊਂਗਾ ਇਹਦੇ ਉੱਤੇ, ਸਿਲੈਕਟਰ 'ਤੇ ਕਲਿੱਕ ਕਰੂੰਗਾ, ਇਹਦੇ ਉੱਤੇ ਕਲਿੱਕ ਕਰੂੰਗਾ ਔਰ ਪਲੱਸ ਦੇ ਸਾਈਨ 'ਤੇ ਕਲਿੱਕ ਕਰਕੇ CSS ਹੈ ਜੋ ਇਸ 'ਤੇ ਲਗਾ ਦੂੰਗਾ। ਤੁਸੀਂ ਦੇਖ ਸਕਦੇ ਹੋ ਇੱਥੇ ਮੇਰਾ H3 ਜੋ ਟੈਗ ਆ ਚੁੱਕਿਆ ਹੈ ਔਰ ਹੈਸ਼ ਚੇਜ਼ ਹਮੇਸ਼ਾ ID ਹੈਸ਼ ਨਾਲ ਸਿਲੈਕਟਰ ਦੇ ਵਿੱਚ ਰੀਪ੍ਰਜੈਂਟ ਹੁੰਦੀ ਹੈ। ਠੀਕ ਹੈ, ਔਰ ਜੋ ਕਲਾਸ ਹੁੰਦੀ ਹੈ ਉਹ ਡਾਟ ਦੇ ਨਾਲ ਰੀਪ੍ਰਜੈਂਟ ਹੁੰਦੀ ਹੈ। ਇਹ ਹਮੇਸ਼ਾ ਤੁਹਾਨੂੰ ਯਾਦ ਰੱਖਣਾ ਹੈ। ਇਸ ਤੋਂ ਬਾਅਦ ਮੈਂ ਪੋਜੀਸ਼ਨ ਇਸ ਨੂੰ ਰਿਲੇਟਿਵ ਦੇਵਾਂਗਾ ਔਰ ਟੌਪ ਤੋਂ ਇਸ ਨੂੰ 40 ਪਿਕਸਲ ਦੀ ਸਪੇਸ ਦੇ ਦਾਂਗਾ। ਇੱਥੋਂ ਮੈਂ ਵਧਾ ਘਟਾ ਵੀ ਸਕਦਾ, ਤੁਸੀਂ ਦੇਖ ਸਕਦੇ ਹੋ 150 ਦੀ ਕਰ ਦਿੰਦਾ। ਔਰ ਇਸ ਤੋਂ ਬਾਅਦ ਮੈਂ ਇਸ ਨੂੰ ਲੈਫਟ ਵੀ ਦੇ ਦੇਣਾ। ਇਸ ਨੂੰ 50 ਪਿਕਸਲ ਕਰ ਦਿੰਦਾ। ਇੱਥੋਂ ਤੁਸੀਂ ਇਹਨੂੰ ਘੱਟ ਵੱਧ ਵੀ ਕਰ ਸਕਦੇ ਹੋ। ਤਾਂ ਇੱਥੇ ਠੀਕ ਲੱਗ ਰਿਹਾ। ਔਰ ਇਸ ਤੋਂ ਬਾਅਦ ਤੁਸੀਂ ਇਸ ਨੂੰ ਫੌਂਟ ਸਾਈਜ਼ ਵੀ ਦੇ ਸਕਦੇ ਹੋ। ਇਸ ਤਰ੍ਹਾਂ ਮੈਂ 40 ਪਿਕਸਲ ਦਾ ਦੇ ਦੇਣਾ। ਕੋਈ ਜ਼ਿਆਦਾ ਵੱਡਾ ਹੋ ਚੁੱਕਿਆ, ਇਸ ਨੂੰ ਮੈਂ ਘਟਾ ਵੀ ਸਕਦਾ ਇੱਦਾਂ। ਔਰ ਇਸ ਨੂੰ ਤੁਸੀਂ ਕਲਰ ਵੀ ਦੇ ਸਕਦੇ ਹੋ। ਕਲਰ ਦੇਣ ਲਈ ਤੁਹਾਨੂੰ ਸਿਰਫ ਕਲਰ ਲਿਖਣਾ ਹੋਗਾ
ਔਰ ਜਿੱਦਾਂ ਔਰੇਂਜ ਲਿਖ ਸਕਦਾ ਮੈਂ, ਤਾਂ ਔਰੇਂਜ ਕਲਰ ਇਹ ਹੋ ਜਾਵੇਗਾ। ਜੇ ਤੁਸੀਂ ਇਸ ਦੀ ਸ਼ੈਡੋ ਲਾਉਣਾ ਚਾਹੁੰਦੇ ਹੋ ਤਾਂ ਟੈਕਸਟ ਸ਼ੈਡੋ ਇੱਕ ਪ੍ਰੋਪਰਟੀ ਹੁੰਦੀ ਹੈ, ਇਹਦੇ ਵਿੱਚ ਤੁਹਾਨੂੰ 1 ਪਿਕਸਲ 1 ਪਿਕਸਲ 5 ਪਿਕਸਲ ਇੱਦਾਂ ਤੁਸੀਂ ਇਸ ਨੂੰ ਸ਼ੈਡੋ ਵੀ ਦੇ ਸਕਦੇ ਹੋ। ਮੈਂ ਕੱਟ ਕਰ ਲੈਣਾ। ਔਰ ਇਸ ਤੋਂ ਬਾਅਦ ਆਪਾਂ ਇੱਕ ਪ੍ਰੋਪਰਟੀ ਹੁੰਦੀ ਹੈ ਲੈਟਰ ਸਪੇਸਿੰਗ। ਇਹ ਤੁਸੀਂ ਜਿੱਦਾਂ ਤੁਹਾਡੇ ਅੱਖਰ ਹੋਵੇਗੇ ਉਹਨਾਂ ਦੇ ਵਿੱਚ ਸਪੇਸ ਆ ਜਾਵੇਗੀ। ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਅੱਖਰਾਂ ਦੇ ਵਿੱਚ ਸਪੇਸ ਆ ਚੁੱਕੀ ਹੈ। ਤਾਂ ਇਸ ਤੋਂ ਬਾਅਦ ਆਪਾਂ ਆਪਣੀ CSS ਨੂੰ ਕਾਪੀ ਕਰਾਂਗੇ ਔਰ ਆਪਣੀ CSS ਫਾਈਲ ਦੇ ਵਿੱਚ ਜਾ ਕੇ ਪੇਸਟ ਕਰ ਦੇਵਾਂਗੇ। ਔਰ ਆਪਣੀ ਜੋ CSS ਹੈ ਜੋ ਲੱਗ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ। ਤਾਂ ਇੰਨਾ ਆਪਣਾ ਪਾਰਟ ਹੈ ਜੋ ਕਲੀਅਰ ਹੋ ਚੁੱਕਿਆ ਹੈ। ਇਸ ਤਰ੍ਹਾਂ ਇਹਦੇ ਥੱਲੇ ਤੁਸੀਂ ਬਟਨ ਵੀ ਲਗਾ ਸਕਦੇ ਹੋ। ਅਗਰ ਤੁਸੀਂ ਪੈਰਾਗ੍ਰਾਫ ਲਿਖਣਾ ਚਾਹੋ ਤਾਂ ਇੱਥੇ ਪੈਰਾਗ੍ਰਾਫ ਹੀ ਲਿਖ ਸਕਦੇ ਹੋ। ਤਾਂ ਇਸ ਤੋਂ ਬਾਅਦ ਆਪਾਂ ਨੀਚੇ ਦਾ ਸੈਕਸ਼ਨ ਤਿਆਰ ਕਰਾਂਗੇ, ਜਿਹਦੇ ਵਿੱਚ ਆਪਾਂ ਕਾਰਡ ਤਿਆਰ ਕਰਾਂਗੇ। ਤਾਂ ਆਪਾਂ ਕਾਰਡ ਤਿਆਰ ਕਰ ਲੈਂਦੇ ਹਾਂ। ਇੰਨਾ ਏਰੀਆ ਆਪਣਾ ਕੰਪਲੀਟ ਹੋ ਚੁੱਕਿਆ। ਤਾਂ ਇਹਦੇ ਅੰਦਰ ਆਪਾਂ ਇੱਕ ਹੋਰ ਸੈਕਸ਼ਨ ਬਣਾਵਾਂਗੇ, ਤਾਂ ਜਿਹਦਾ ਆਪਾਂ ਨਾਮ ਰੱਖ ਲੈਂਦੇ ਹਾਂ ਕਾਰਡ। ਇਹਦੇ ਵਿੱਚ ਆਪਾਂ ਇੱਕ ਕੰਟੇਨਰ ਲਵਾਂਗੇ, ਜਿੱਦਾਂ ਆਪਾਂ ਉੱਪਰ ਲਿੱਤਾ ਸੀ ਉਹਨੂੰ ਕਲਾਸ ਕੰਟੇਨਰ ਦੇਵਾਂਗੇ। ਔਰ ਉਹਦੇ ਵਿੱਚ ਆਪਾਂ ਇੱਕ ਰੋ ਲਵਾਂਗੇ, ਕਿਉਂਕਿ ਆਪਾਂ ਨੂੰ 12 ਕਾਲਮ ਚਾਹੀਦੇ ਹਨ ਡਿਵੀਜ਼ਨ ਕਰਨ ਦੇ ਲਈ। ਸੌਰੀ, ਡਿਵ ਲਿਖਾਂਗੇ ਔਰ ਕਲਾਸ ਰੋ ਆਪਾਂ ਦੇ ਦਾਂਗੇ। ਹੁਣ ਇਹਦੇ ਵਿੱਚ ਆਪਾਂ 3 ਕਾਰਡ ਬਣਾਵਾਂਗੇ, ਨੀਚੇ ਇੱਕ ਇੱਥੇ, ਇੱਕ ਵਿਚਾਲੇ, ਇੱਕ ਰਾਈਟ 'ਤੇ। ਤਾਂ ਆਪਾਂ ਨੂੰ 12 ਕਾਲਮ ਦੀ ਇੱਕ ਰੋ ਮਿਲ ਜਾਂਦੀ ਹੈ। ਤਾਂ ਆਪਾਂ ਉਸ ਨੂੰ 4 'ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆਨਸਰ ਆਉਂਦਾ ਹੈ 3। ਠੀਕ ਹੈ, 3 ਕਾਲਮ ਆਪਾਂ ਨੂੰ ਚਾਹੀਦੇ ਹਨ। ਤਾਂ ਆਪਾਂ 4 ਦੇ ਕਾਲਮ ਬਣਾਵਾਂਗੇ। ਡਿਵ ਕਲਾਸ ਕਾਲ MD4। ਇੱਦਾਂ ਆਪਾਂ 2 ਹੋਰ ਬਣਾਵਾਂਗੇ, ਡਿਵ ਕਲਾਸ ਕਾਲ MD4। ਇੱਕ ਹੋਰ ਬਣਾਵਾਂਗੇ ਕਾਲ MD4। ਹੁਣ ਇਹਦੇ ਵਿੱਚ ਜੋ ਪਹਿਲਾ 4 ਹੈ, ਇਹਦੇ ਵਿੱਚ ਮੈਂ ਇੱਕ ਕਲਾਸ ਲੈ ਲੈਣਾ BG। ਇਹ ਮੈਂ ਤਾਂ ਲੈਤੀ ਹੈ ਕਿਉਂਕਿ ਜੋ ਕਾਰਡ ਦੀ ਬਾਰਡਰ ਹੋਊਗਾ ਉਹਦੀ CSS ਮੈਂ ਇਹਦੇ ਉੱਤੇ ਲਗਾਵਾਂਗਾ। ਤਾਂ ਇਹਦੇ ਅੰਦਰ ਮੈਂ ਇੱਕ ਲੈ ਲੈਣਾ H3, ਜਿਹੜੀ ਕਿ ਹੈਡਿੰਗ ਹੋਵੇਗੀ। ਉਹਦਾ ਮੈਂ ਨਾਮ ਰੱਖ ਦੇਣਾ ਸਰਵਿਸ ਰੱਖ ਦੇਣਾ। ਔਰ ਉਹਦੇ ਅੰਦਰ ਇੱਕ ਮੈਂ ਪੈਰਾਗ੍ਰਾਫ ਲੈ ਲੈਣਾ ਔਰ ਕੁਛ ਵੀ ਲਿਖ ਲੈਣਾ ਉਹਦੇ ਅੰਦਰ ਮੈਂ। ਠੀਕ ਹੈ, ਥੋੜਾ ਘੱਟ ਕਰ ਦੇਣਾ। ਔਰ ਇਸ ਤੋਂ ਬਾਅਦ ਮੈਂ ਇੱਕ ਬਟਨ ਲੈ ਲੈਣਾ, ਬਟਨ ਜਿਸ ਦੀ ਮੈਂ ਕਲਾਸ ਦੇ ਦੇਣਾ BTN ਡੇਂਜਰ ਦੇ ਦੇਣਾ। ਔਰ ਉਸਨੂੰ ਮੈਂ ਰੱਖ ਦੇਣਾ ਰੀਡ ਮੋਰ। ਇੰਨਾ ਸੇਵ ਕਰਦੇ ਹੋਏ ਮੈਂ ਤੁਹਾਨੂੰ ਆਊਟਪੁੱਟ ਦਿਖਾਉਣਾ। ਤੁਸੀਂ ਇੱਥੇ ਦੇਖ ਸਕਦੇ ਹੋ ਜੋ ਮੈਨੂੰ ਉੱਥੇ ਲਿਖਿਆ ਸੀ ਮੇਰੇ ਇੱਕ ਕਾਲਮ ਦੇ ਵਿੱਚ ਆ ਚੁੱਕਿਆ, ਜੋ ਕਿ 4 ਦਾ ਹੈ। ਤਾਂ ਮੈਨੂੰ 2 ਹੋਰ ਚਾਹੀਦੇ ਨੇ, ਇੱਕ ਸੈਂਟਰ ਦੇ ਵਿੱਚ, ਇੱਕ ਰਾਈਟ ਦੇ ਵਿੱਚ। ਤਾਂ ਇਸ ਤੋਂ ਬਾਅਦ ਮੈਂ ਇਸ ਨੂੰ ਹੀ ਸੇਵ ਕਰ ਲਵਾਂਗਾ, ਸੌਰੀ ਕਾਪੀ ਕਰ ਲਵਾਂਗਾ। ਇੰਨੇ ਨੂੰ ਮੈਂ ਕਾਪੀ ਕਰ ਲੈਣਾ ਔਰ ਇਸ 4 ਦੇ ਵਿੱਚ ਜਾ ਕੇ ਪੇਸਟ ਕਰ ਦੇਣਾ। ਇੱਦਾਂ ਹੀ ਇੱਕ ਨੀਚੇ ਵਾਲਾ 4 ਸੀ ਰਾਈਟ ਵਾਲਾ, ਇਹਦੇ ਵਿੱਚ ਵੀ ਪੇਸਟ ਕਰ ਦੇਣਾ। ਤਾਂ ਤੁਸੀਂ ਦੇਖ ਸਕਦੇ ਹੋ ਮੇਰੇ 3 ਕਾਲਮ ਇੱਥੇ ਕ੍ਰੀਏਟ ਹੋ ਚੁੱਕੇ ਨੇ। ਠੀਕ ਹੈ, ਤਾਂ ਮੈਂ ਉੱਪਰ ਇੱਧਰ ਦਾ ਨਾਮ ਚੇਂਜ ਕਰ ਦਿੰਦਾ, ਸੈਂਟਰ ਵਾਲੇ ਦਾ ਇਹਦਾ ਨਾਮ ਰੱਖ ਦੇਣਾ ਆਵਰ ਵਰਕ ਰੱਖ ਦੇਣਾ। ਔਰ ਇਸ ਦਾ ਮੈਂ ਨਾਮ ਰੱਖ ਦੇਣਾ ਕੰਟੈਕਟ ਅਸ। ਤੁਸੀਂ ਕੋਈ ਵੀ ਰੱਖ ਸਕਦੇ ਹੋ, ਮੈਂ ਇਸ ਲਈ ਡੈਮੋ ਦੇ ਲਈ ਤੁਹਾਨੂੰ ਨਾਮ ਦੇ ਰਿਹਾ। ਤਾਂ ਰੀਫਰੈਸ਼ ਕਰਦੇ ਹਾਂ, ਤੁਸੀਂ ਦੇਖ ਸਕਦੇ ਹੋ ਨਾਮ ਚੇਂਜ ਹੋ ਚੁੱਕਿਆ ਹੈ। ਹੁਣ ਆਪਾਂ ਇਹਦੇ ਉੱਤੇ CSS ਲਗਾ ਕੇ ਇਸਨੂੰ ਸੋਹਣਾ ਬਣਾ ਲੈਂਦੇ ਹਾਂ। ਹੁਣ ਇਹ ਦੇਖਣ ਦੇ ਲਈ ਥੋੜ੍ਹਾ ਭਿਆਨਕ ਜਿਹਾ ਲੱਗ ਰਿਹਾ। ਇਹਨੂੰ ਆਪਾਂ ਰਾਈਟ ਇੰਸਪੈਕਟ ਕਰਾਂਗੇ ਆਪਾਂ ਔਰ ਇਹਦੇ CSS ਲਗਾਵਾਂਗੇ ਤਾਂ ਕਿ ਇਹ ਥੋੜ੍ਹਾ ਸੁੰਦਰ ਦਿਖੇ।
ਤੁਸੀਂ ਦੇਖ ਸਕਦੇ ਹੋ ਇੱਦਾਂ ਇਹ ਡੱਬੇ ਬਣ ਕੇ ਆ ਚੁੱਕੇ ਹਨ, ਕਿਉਂਕਿ ਮੈंने ਇਹਨਾਂ ਨੂੰ ਕੰਟੇਨਰ ਦੇ ਵਿੱਚ ਲਿੱਤਾ ਸੀ, ਇਹ ਤਾਂ ਆ ਰਿਹਾ। ਜਦੋਂ ਮੈਂ ਇਸ 'ਤੇ ਕਲਿੱਕ ਕਰਾਂਗਾ, ਹੁਣ ਮੈਂ ਇਸ ਦੀ ਬੈਕਗਰਾਊਂਡ 'ਤੇ ਇੱਕ ਬਾਰਡਰ ਲਗਾਵਾਂਗਾ। ਬਾਰਡਰ ਲਗਾਉਣ ਦੇ ਲਈ ਮੈंने ਇੱਕ ਕਲਾਸ ਲੈਤੀ ਸੀ BG। ਮੈਂ ਇਸ ਨੂੰ ਐਕਸੈਸ ਕਰਾਂਗਾ, ਪਲੱਸ ਦੇ ਸਾਈਨ 'ਤੇ ਕਲਿੱਕ ਕਰਾਂਗਾ ਔਰ ਮੈਂ ਬਾਰਡਰ ਲਗਾਵਾਂਗਾ। ਬਾਰਡਰ ਲਗਾਉਣ ਦੇ ਲਈ ਬਾਰਡਰ ਲਿਖਿਆ ਜਾਂਦਾ, ਬਾਰਡਰ 1 ਪਿਕਸਲ ਦਾ ਔਰ ਸੋਲਿਡ। ਤੁਸੀਂ ਦੇਖ ਸਕਦੇ ਹੋ ਬਾਰਡਰ ਮੇਰਾ ਲੱਗ ਚੁੱਕਿਆ ਔਰ ਮੈਂ ਐਂਟਰ ਮਾਰ ਦਾਂਗਾ। ਇਸ ਤੋਂ ਬਾਅਦ ਮੈਂ ਇਸ ਨੂੰ ਸ਼ੈਡੋ ਵੀ ਦੇ ਦੇਣਾ, ਬਾਰਡਰ ਨੂੰ ਬਾਕਸ ਸ਼ੈਡੋ 1 ਪਿਕਸਲ 1 ਪਿਕਸਲ ਔਰ 5 ਪਿਕਸਲ। ਤਾਂ ਤੁਸੀਂ ਦੇਖ ਸਕਦੇ ਹੋ ਮੇਰਾ ਬੈਕਗਰਾਊਂਡ ਸ਼ੈਡੋ ਵੀ ਆ ਚੁੱਕਾ ਹੈ। ਅਗਰ ਮੈਂ ਚਾਹਾਂ ਇੱਥੇ ਬਾਰਡਰ ਨੂੰ ਹਟਾ ਵੀ ਸਕਦਾ ਤਾਂ ਥੋੜ੍ਹਾ ਜਿਹਾ ਸੁੰਦਰ ਦਿਖੇਗਾ। ਔਰ ਇਸ ਤੋਂ ਬਾਅਦ ਮੈਂ ਇਸ ਨੂੰ ਪੈਡਿੰਗ ਦੇ ਦੇਣਾ, ਕਿਉਂਕਿ ਜੋ ਅੰਦਰਲਾ ਕੰਟੈਂਟ ਹੈ ਉਹ ਬਾਰਡਰ ਦੇ ਨਾਲ ਚਿਪਕਿਆ ਹੋਇਆ ਹੈ, ਤਾਂ ਉਸ ਨੂੰ ਪੈਡਿੰਗ ਦੇ ਦਿੰਦੇ ਹਾਂ 30 ਪਿਕਸਲ ਦੀ। ਤਾਂ ਤੁਸੀਂ ਦੇਖ ਸਕਦੇ ਹੋ ਸਪੇਸ ਆ ਚੁੱਕੀ ਹੈ ਇੱਥੋਂ। ਔਰ ਇਸ ਤੋਂ ਬਾਅਦ ਆਪਾਂ ਉੱਪਰੋਂ ਮਾਰਜਿਨ ਦੇ ਦਿੰਦੇ ਹਾਂ, ਕਿਉਂਕਿ ਉੱਪਰਲਾ ਜੋ ਪਾਰਟ ਹੈ ਉਹ ਚਿਪਕਿਆ ਹੋਇਆ ਇਮੇਜ ਦੇ ਨਾਲ, ਤਾਂ ਆਪਾਂ ਮਾਰਜਿਨ ਦੇ ਦਾਂਗੇ। ਮਾਰਜਿਨ ਟੌਪ 40 ਪਿਕਸਲ ਦੀ ਆਪਾਂ ਉੱਪਰੋਂ ਮਾਰਜਿਨ ਲੈ ਲੈਂਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਉੱਪਰੋਂ ਮੇਰਾ ਸਪੇਸ ਆ ਚੁੱਕੀ ਹੈ। ਇਸ ਤੋਂ ਬਾਅਦ ਮੈਂ ਆਪਣੇ ਕੰਟੈਂਟ ਨੂੰ ਸੈਂਟਰ ਕਰ ਲੈਣਾ। ਸੈਂਟਰ ਕਰਨ ਦੇ ਲਈ ਇੱਕ ਪ੍ਰੋਪਰਟੀ ਹੁੰਦੀ ਹੈ ਟੈਕਸਟ ਲਾਈਨ ਸੈਂਟਰ। ਤਾਂ ਤੁਸੀਂ ਦੇਖ ਸਕਦੇ ਹੋ ਮੇਰਾ ਸਾਰਾ ਕੰਟੈਂਟ ਹੈ ਸੈਂਟਰ ਦੇ ਵਿੱਚ ਆ ਚੁੱਕਿਆ ਹੈ। ਇਸ ਤੋਂ ਬਾਅਦ ਮੈਂ ਇਸ ਨੂੰ ਕਾਪੀ ਕਰਾਂਗਾ ਔਰ ਆਪਣੀ CSS ਫਾਈਲ ਦੇ ਵਿੱਚ ਜਾ ਕੇ ਪੇਸਟ ਕਰ ਦੇਵਾਂਗਾ ਔਰ ਮੇਰਾ CSS ਜੋ ਅਪਲਾਈ ਹੋ ਚੁੱਕਾ ਹੋਵੇਗਾ। ਤਾਂ ਇਸ ਤੋਂ ਬਾਅਦ ਆਪਾਂ ਨੀਚੇ ਫੂਟਰ ਬਣਾਵਾਂਗੇ ਔਰ ਉਸ ਤੋਂ ਬਾਅਦ ਆਪਣੀ ਜੋ ਵੈਬਸਾਈਟ ਬੈਨਰ ਟੈਂਪਲੇਟ ਹੈ ਉਹ ਕੰਪਲੀਟ ਹੋ ਜਾਵੇਗੀ। ਇੱਥੇ ਤੱਕ ਆਪਣਾ ਸੈਕਸ਼ਨ ਕੰਪਲੀਟ ਹੋ ਚੁੱਕਿਆ ਸੀ ਔਰ ਨੀਚੇ ਆਪਾਂ ਇੱਕ ਨਵਾਂ ਸੈਕਸ਼ਨ ਲਵਾਂਗੇ, ਜਿਹਦੇ ਵਿੱਚ ਆਪਾਂ ਕਲਾਸ ਦੇਵਾਂਗੇ ਫੂਟਰ। ਫੂਟਰ ਹੁੰਦਾ ਜੋ ਆਪਣੇ ਨੀਚੇ ਵਾਲਾ ਏਰੀਆ ਹੁੰਦਾ, ਜਿਹਦੇ ਵਿੱਚ ਆਪਣੇ ਲਿੰਕਸ ਦਿੱਤੇ ਹੁੰਦੇ ਨੇ ਸਾਈਡ ਦੇ। ਤਾਂ ਇਸ ਤੋਂ ਬਾਅਦ ਆਪਾਂ ਫਿਰ ਇੱਕ ਕੰਟੇਨਰ ਲਵਾਂਗੇ, ਕਲਾਸ ਕੰਟੇਨਰ, ਔਰ ਇਹਦੇ ਵਿੱਚ ਆਪਾਂ ਇੱਕ ਰੋ ਲਵਾਂਗੇ। 12 ਕਾਲਮ ਦੀ ਰੋ ਹੁੰਦੀ ਹੈ, ਇਹ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ। ਔਰ ਇਹਦੇ ਵਿੱਚ ਮੈਂ ਫਿਰ 3 ਪਾਰਟ ਕਰ ਲੈਣਾ, div ਕਲਾਸ ਕਾਲਮ ਦੀ 4, div ਕਲਾਸ ਕਾਲਮ ਦੀ 4। ਔਰ ਇਸ ਤੋਂ ਬਾਅਦ ਮੈਂ ਪਹਿਲੀ 4 ਵਾਲੀ ਦੇ ਵਿੱਚ UL ਲਵਾਂਗਾ, ਅਨਆਰਡਰ ਲਿਸਟ, ਔਰ ਜਿਹਦੇ ਵਿੱਚ ਮੈਂ ਲਿੰਕਸ ਦੇ ਦਾਂਗਾ। मैं दे देना जैसे कॉन्टैक्ट अस और LI कोर लवांगा, जिहदे मैं दे देना अबाउट अस और एक LI और ले लेना, जिहदे आप ले लेना ब्लॉग। और मैं एक ऊपर हैडिंग भी ले लेना S3 दे विच, जिद्दां इनू मैं रख देना कॉन्टैक्ट, और इनू मैं पेस्ट कॉपी करदा और नीचे 3 दे विच सॉरी 2 दे विच पेस्ट कर देवांगा। आउटपुट जाके देखते आपां, तुसीं देख सकते हो मेरे फूटर दे जो लिंक है आ चुके हैं। तो मैं थोड़ा नाम चेंज कर देना इन्हां दा। इस तो बाद आपां इत्थे CSS लगावांगे, इंस्पैक्ट करांगे और इत्थे आपां CSS लगावांगे। मैंने सैक्शन फूटर दिता होया सी, तो इहदी मैं बैकग्राउंड लगा दिना style.css दे विच। बैकग्राउंड मैं कलर दे देना ऑरेंज, और इस तो बाद मैं पैडिंग दे देना उपरों टॉप तो 20 पिक्सल दी। तो तुसीं देख सकते हो थोड़ा ज़्यादा दे देना, ऊपर तो मेरी पैडिंग आ चुकी है। मैं पैडिंग बॉटम तो भी इन्नी दे देना, बॉटम तो 30 पिक्सल। तो मेरी बॉटम तो भी 30 पिक्सल की पैडिंग आ चुकी है। मैं इसनूं सेव करांगा,
ਇੱਥੇ ਮੈਂ ਟੈਕਸਟ ਲਾਈਨ ਸੈਂਟਰ ਵੀ ਕਰ ਸਕਦਾ, ਤਾਂ ਮੇਰਾ ਸੈਂਟਰ ਦੇ ਵਿੱਚ ਕੰਟੈਂਟ ਆ ਜਾਵੇਗਾ। ਠੀਕ ਹੈ, ਤਾਂ ਇਸ ਨੂੰ ਮੈਂ CSS ਨੂੰ ਸੇਵ ਕਰਦਾ ਔਰ ਸਟਾਈਲ ਦੇ ਵਿੱਚ ਜਾ ਕੇ ਪੇਸਟ ਕਰ ਦਿੰਦਾ। ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਤੁਹਾਨੂੰ ਡਾਟ ਦਿਖ ਰਹੇ ਹੋਣਗੇ, ਇਹਨਾਂ ਡਾਟ ਨੂੰ ਮੈਂ ਹਟਾਉਣਾ ਚਾਹੁੰਦਾ ਔਰ ਇਹਨਾਂ ਲਿੰਕਸ ਦਾ ਮੈਂ ਕਲਰ ਚੇਂਜ ਕਰਨਾ ਚਾਹੁੰਦਾ। ਤਾਂ ਸਭ ਤੋਂ ਪਹਿਲਾਂ ਆਪਾਂ ਜੋ UL ਹੈ ਉਸ ਨੂੰ ਕਲਾਸ ਦੇ ਦਿੰਦੇ ਹਾਂ, ਜਾਂ ਆਪਾਂ ID ਦੇ ਦਿੰਦੇ ਹਾਂ ਉਸਨੂੰ, ਜਿੱਦਾਂ ਆਪਣੀ ID ਦੇ ਦਿੰਦੇ ਇਸ ਨੂੰ ਫੂਟਰ, ਔਰ ਸਾਰੇ UL ਨੂੰ ਆਪਾਂ ID ਦੇ ਦਾਂਗੇ ਕਿਉਂਕਿ ਮੈਂ ਚਾਹੁੰਦਾ ਇੱਕ CSS ਮੈਂ ID 'ਤੇ ਅਪਲਾਈ ਕਰਾਂ ਔਰ ਸਾਰਿਆਂ 'ਤੇ ਅਪਲਾਈ ਹੋ ਜਾਵੇ। ਤਾਂ ਮੈਂ ID ਦੇ ਦਿੰਦਾ UL ਨੂੰ, ID ਫੂਟਰ। ਇਸ ਤੋਂ ਮੈਂ ਸੇਵ ਕਰਾਂਗਾ ਔਰ ਪੇਜ ਨੂੰ ਰੀਫਰੈਸ਼ ਕਰਾਂਗਾ ਔਰ ਇੰਸਪੈਕਟ ਕਰਕੇ ਮੈਂ UL ਨੂੰ, ਇਹ ਮੇਰੀ UL ਕਲਾਸ ਹੈ, ਇਸ ਨੂੰ ਪਲੱਸ ਦੇ ਸਾਈਨ 'ਤੇ ਕਲਿੱਕ ਕਰਕੇ ਇਹ 'ਤੇ CSS ਲਗਾ ਦੇਵਾਂਗਾ। ਹੁਣ ਇੱਥੇ ਇੱਕ ਪ੍ਰੋਪਰਟੀ ਯੂਜ਼ ਕੀਤੀ ਜਾਂਦੀ ਹੈ ਜਿਸ ਦਾ ਨਾਮ ਹੈ ਲਿਸਟ ਸਟਾਈਲ ਨਨ। ਤਾਂ ਤੁਸੀਂ ਦੇਖ ਸਕਦੇ ਹੋ ਡਾਟ ਹੈ ਜੋ ਮੇਰੇ ਹਟ ਚੁੱਕੇ ਹਨ। ਤਾਂ ਇਸ ਤੋਂ ਬਾਅਦ ਆਪਾਂ ਕਲਰ ਦੇ ਦਿੰਦੇ ਹਾਂ, ਟੈਕਸਟ ਦਾ ਕਲਰ ਵਾਈਟ ਦੇ ਦਿੰਦੇ ਹਾਂ ਔਰ ਫੌਂਟ ਸਾਈਜ਼ ਦੇ ਦੇਣਾ ਆਪਾਂ 30 ਪਿਕਸਲ ਦਾ, ਥੋੜਾ ਘੱਟ ਦੇ ਦਿੰਦੇ ਹਾਂ। ਔਰ ਇਸ ਤੋਂ ਬਾਅਦ ਆਪਾਂ ਇਸ ਕੋਡ ਨੂੰ ਕਾਪੀ ਕਰਾਂਗੇ। ਕਾਪੀ ਕਰਨ ਤੋਂ ਬਾਅਦ ਆਪਣੀ CSS ਫਾਈਲ ਦੇ ਵਿੱਚ ਆਪਾਂ ਆ ਕੇ ਪੇਸਟ ਕਰ ਦੇਵਾਂਗੇ। ਹੁਣ ਇਸ ਤੋਂ ਬਾਅਦ ਆਪਣੀ ਹੈਡਿੰਗ ਹੈ ਜੋ ਉਸ 'ਤੇ CSS ਲਗਾਵਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ S3 ਨੂੰ ਕਲਾਸ ਦੇ ਦਿੰਦੇ ਹਾਂ ਜਾਂ ਕੋਈ ਵੀ ID ਦੇ ਦਿੰਦੇ ਹਾਂ। ਤਾਂ ID ਦੇ ਦਿੰਦੇ ਆਪਾਂ ਹੈਡਿੰਗ। ਠੀਕ ਹੈ, ਇਸ ਤੋਂ ਬਾਅਦ ਆਪਾਂ ਨੀਚੇ ID ਦੇ ਦਿੰਦੇ ਹੈਡਿੰਗ। ID ਹੈਡਿੰਗ ਸੇਵ ਕਰਦੇ ਹਾਂ, ਪੇਜ ਨੂੰ ਰੀਫਰੈਸ਼ ਕਰਾਂਗੇ ਔਰ ਮੈਂ ਸਿਲੈਕਟਰ 'ਤੇ ਕਲਿੱਕ ਕਰਕੇ ਆਪਣੇ ਐਲੀਮੈਂਟ 'ਤੇ ਕਲਿੱਕ ਕਰਾਂਗਾ ਔਰ ਪਲੱਸ ਦੇ ਸਾਈਨ 'ਤੇ ਕਲਿੱਕ ਕਰਕੇ ਮੇਰੀ ID ਹੈ ਜੋ ਆ ਜਾਵੇਗੀ। ਟੈਕਸਟ ਲਾਈਨ ਸੈਂਟਰ ਕਰ ਦੇਣਾ।
ਤਾਂ ਆਪਾਂ ਸਿਲੈਕਟਰ 'ਤੇ ਕਲਿੱਕ ਕਰਾਂਗੇ, ਆਪਣੇ ਐਲੀਮੈਂਟ 'ਤੇ ਕਲਿੱਕ ਕਰਾਂਗੇ ਔਰ ਪਲੱਸ ਦੇ ਸਾਈਨ 'ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਆਪਣੀ ਆਈਡੀ ਹੈ ਜੋ ਆ ਚੁੱਕੀ ਹੈ ਹੈਡਿੰਗ। ਮੈਂ ਪੈਡਿੰਗ ਲੈਫਟ ਕਰ ਦੇਣਾ ਤਾਂ ਕਿ ਮੇਰੀ ਹੈਡਿੰਗ ਹੈ ਜੋ ਸੈਂਟਰ 'ਚ ਆ ਜਾਵੇ। 30 ਪਿਕਸਲ ਦੀ ਕਰ ਦੇਣਾ ਤਾਂ सेंटर ਦੇ ਵਿੱਚ आ चुकी है। और फॉन्ट साइज दे देना इसका 30 पिक्सल, थोड़ा बंद कर देना 30, ठीक है। इस तो बाद आप इनू फॉन्ट वेट दे देना है और इस तो बाद आप कोड नू कॉपी करांगे और अपने CSS फाइल दे विच पेस्ट कर देवांगे। तो इस तो बाद अपना जो बैनर टैंपलेट है रेडी हो चुका है। लैंडिंग पेज तुसीं देख सकते हो, आपां नंबर बनाई सी, बैनर इमेज लगाई सी और कार्ड लगाए सीगे और नीचे आपां एक फूटर बनाएगा। तो इदां आपां वैबसाइट दे विच कोडिंग करते हैं और वैबसाइट का स्ट्रक्चर तैयार करते हैं। हैलो स्टूडेंट्स, हुण तुहानूं डेवलपिंग पार्ट दे बारे दसांगे। इस दे विच मैं तुहानूं एक फॉर्म बना के दिखावांगा जिस दे विच आपां रोल नंबर, स्टूडेंट नेम, ईमेल आईडी और मेल फीमेल का आपां फील्ड लैण वाले हैं और उसनूं आपां लोकल होस्ट दे उत्ते डाटे नूं इंसर्ट करावांगे। ते उस तो पहलां आपां फोल्डर स्ट्रक्चर बना लैंदे हैं जिस दे विच आपां अपणीਆਂ PHP ते HTML ਦੀ फाइल नूं रखांगे। ਤਾਂ ਤੁਹਾਨੂੰ ਆਪਣੇ ਕੋਡ ਐਡੀਟਰ ਦੇ ਵਿੱਚ ਜਾਣਾ ਹੈ। ਇੱਥੇ ਤੁਹਾਨੂੰ ਕੀਬੋਰਡ ਦਾ ਸ਼ਾਰਟਕਟ ਪ੍ਰੈਸ ਕਰਨਾ ਹੋਵੇਗਾ Ctrl+S ਤੇ ਤੁਹਾਨੂੰ ਉਸ ਤੋਂ ਬਾਅਦ C ਡਰਾਈਵ ਦੇ ਵਿੱਚ ਜਾਣਾ ਹੈ। ਇੱਥੇ ਤੁਹਾਨੂੰ XAMPP ਨਾਮ ਦਾ ਫੋਲਡਰ ਮਿਲੇਗਾ, ਇਸ ਤੇ ਕਲਿੱਕ ਕਰਨਾ ਹੈ ਔਰ ਇਸ ਦੇ ਵਿੱਚ htdoc ਨਾਮ ਦਾ ਫੋਲਡਰ ਹੋਵੇਗਾ, ਉਸ ਤੇ ਕਲਿੱਕ ਕਰਨਾ ਹੈ ਔਰ ਇੱਥੇ ਤੁਹਾਨੂੰ ਇੱਕ ਨਿਊ ਫੋਲਡਰ ਬਣਾਉਣਾ ਹੋਵੇਗਾ ਜਿਸ ਦਾ ਨਾਮ ਆਪਣਾ ਕੁਝ ਵੀ ਰੱਖ ਲੈਣਾ, ਡੈਮੋ 1 2 3 ਔਰ ਆਪਾਂ ਡੈਮੋ 1 2 3 ਦੇ ਵਿੱਚ ਆਪਣੀਆਂ ਫਾਈਲਾਂ ਨੂੰ ਸੇਵ ਕਰਾਂਗੇ। ਤਾਂ ਇੱਥੇ ਆਪਾਂ ਇੱਕ index.php ਨਾਂ ਦੀ ਫਾਈਲ ਕ੍ਰੀਏਟ ਕਰ ਲੈਂਦੇ ਹਾਂ ਜਿਸ ਦੇ ਵਿੱਚ ਆਪਾਂ ਆਪਣਾ ਫਾਰਮ ਬਣਾਵਾਂਗੇ। .php ਤੁਹਾਨੂੰ ਯਾਦ ਰੱਖਣਾ ਐਕਸਟੈਂਸ਼ਨ ਯੂਜ਼ ਕਰਨੀ ਹੈ ਜਦੋਂ ਵੀ ਆਪਾਂ PHP ਦੇ ਵਿੱਚ ਕੋਡਿੰਗ ਕਰਾਂਗੇ। ਇਸ ਦੇ ਵਿੱਚ ਤੁਸੀਂ HTML ਵੀ ਯੂਜ਼ ਕਰ ਸਕਦੇ ਹੋ, PHP ਵੀ ਯੂਜ਼ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਸੇਵ ਕਰ ਦੇਣਾ ਹੈ। ਫਾਰਮ ਬਣਾਉਣ ਤੋਂ ਪਹਿਲਾਂ ਆਪਾਂ ਆਪਣੇ XAMPP ਸਰਵਰ ਨੂੰ ਔਨ ਕਰਾਂਗੇ। ਤੁਹਾਨੂੰ XAMPP ਪਹਿਲਾਂ ਡਾਊਨਲੋਡ ਕਰਨਾ ਪਵੇਗਾ। ਤੁਸੀਂ Google Chrome ਦੇ ਵਿੱਚ ਜਾ ਕੇ XAMPP ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਜਸਟ ਟਾਈਪ ਕਰਨਾ ਹੈ XAMPP और ਤੁਹਾਡਾ XAMPP ਜੋ ਇੰਸਟਾਲਰ ਹੈ ਇੱਥੇ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ और ਤੁਸੀਂ ਇੱਥੋਂ ਡਾਊਨਲੋਡ ਤੇ ਕਲਿੱਕ ਕਰਕੇ ਇਸ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਤਾਂ ਤੁਹਾਡਾ XAMPP ਸਰਵਰ ਹੈ ਜਿਹੜਾ ਡਾਊਨਲੋਡ ਹੋ ਜਾਵੇਗਾ। ਡਾਊਨਲੋਡ ਹੋਣ ਤੋਂ ਬਾਅਦ ਤੁਹਾਨੂੰ ਇੰਸਟਾਲ ਕਰ ਲੈਣਾ ਹੈ। ਮੇਰਾ ਇੰਸਟਾਲ ਕਰਕੇ ਰੱਖਿਆ ਹੋਇਆ ਹੈ ਤਾਂ ਮੈਂ ਸਿੰਪਲੀ ਤੁਹਾਨੂੰ ਇੱਥੇ ਆ ਕੇ ਅਪਾਚੀ ਸਰਵਰ ਸਟਾਰਟ ਕਰਨਾ ਹੈ ਤੇ MySQL ਸਟਾਰਟ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਤੁਸੀਂ ਇਸ ਨੂੰ ਕੱਟ ਵੀ ਸਕਦੇ ਹੋ ਜਾਂ ਮਿਨੀਮਾਈਜ਼ ਵੀ ਕਰ ਸਕਦੇ ਹੋ। ਮੈਂ ਇਸ ਨੂੰ ਕੱਟ ਦਿੰਦਾ ਤੇ ਆਪਣੇ ਆਪ ਚੱਲਦਾ ਰਹੇਗਾ। ਇਸ ਤੋਂ ਬਾਅਦ ਆਪਾਂ ਇਸ ਦੇ ਲੋਕਲ ਸਰਵਰ ਦੇ ਉੱਪਰ ਜਾ ਕੇ ਆਪਾਂ ਇੱਕ ਟੇਬਲ ਕ੍ਰੀਏਟ ਕਰਾਂਗੇ। ਤਾਂ ਆਪਾਂ ਇੱਥੇ ਟਾਈਪ ਕਰਾਂਗੇ ਲੋਕਲ ਹੋਸਟ /php my admin ਔਰ ਐਂਟਰ ਕਰਾਂਗੇ ਤਾਂ ਤੁਹਾਡਾ ਜੋ PHP ਦਾ my admin ਦਾ पेज होगा वो ओपन हो जाएगा। ਇੱਥੇ ਤੁਸੀਂ ਡਾਟਾਬੇਸ ਬਣਾ ਸਕਦੇ ਹੋ, ਟੇਬਲ ਕ੍ਰੀਏਟ ਕਰ ਸਕਦੇ ਹੋ ਜਿਸ ਦੇ ਵਿੱਚ ਆਪਾਂ ਡਾਟਾ ਰੱਖਾਂਗੇ ਜੋ ਕਿ ਆਪਣਾ ਯੂਜ਼ਰ ਰਾਹੀਂ ਇੱਥੇ ਤੁਸੀਂ ਯੂਜ਼ਰ ਰਾਹੀਂ ਇਨਪੁਟ ਕਰਵਾਓਗੇ ਤਾਂ ਤੁਹਾਡਾ ਜਿਹੜਾ ਸਾਰਾ ਡਾਟਾ ਹੋਵੇਗਾ ਇੱਥੇ ਆ ਕੇ ਸੇਵ ਹੋ ਜਾਵੇਗਾ। ਤਾਂ ਡਾਟਾਬੇਸ ਬਣਾਉਣ ਦੇ ਲਈ ਤੁਹਾਨੂੰ ਨਿਊ ਤੇ ਕਲਿੱਕ ਕਰਨਾ ਹੋਵੇਗਾ और तुसी डाटाबेस का कोई भी नाम रख सकते हो। जैसे मैं स्टूडेंट रख लेना हाँ और इस तो बाद क्रिएट ते क्लिक करांगा और टेबल का नाम तुहानूं रखना जरूरी है। डाटाबेस का नाम आप रख लिया, टेबल जिस दे विच अपना डाटा इकट्ठा होगा उसका नाम है डाटा ही रख लेना हाँ। और इस दे विच मैं फील्ड लवांगा, मैनूं किहड़े-किहड़े फील्ड चाहिए हैं। एक मैनूं चाहिए है रोल नंबर, एक मैनूं नेम की फील्ड चाहिए है और एक फील्ड दे विच मैं ईमेल लिखवावांगा और मेल फीमेल दी। तो मैं इत्थे 5 फील्ड ले लेना तो उस तो बाद गो ते क्लिक कर देवांगा और इत्थे आपां एक आईडी दी लवांगे फील्ड, क्योंकि अपनी आईडी हर एक दी यूनीक होवेगी। जिद्दां राम शाम, तो राम शाम होर कोई भी हो सकता है, राम नाम का होर कोई भी व्यक्ति हो सकता। तो उसनूं अलग करन दे लई आपां उस तो पहलां आपां आईडी लैंदे हां। तो इत्थे एक आईडी की फील्ड भी लेनी जरूरी होंदी है जिहड़ी कि इंटीजर दे विच होवेगी और उस तो बाद आपां नूं इत्थे इसदी लेंथ देनी पवेगी।
ਤਾਂ ਲੈਂਥ ਦੇਣ ਦੀ ਜ਼ਰੂਰਤ ਨਹੀਂ ਹੁੰਦੀ, ਲੈਂਥ ਤੁਸੀਂ ਦੇ ਵੀ ਸਕਦੇ ਹੋ। ਤਾਂ ਇਸ ਤੋਂ ਬਾਅਦ ਆਪਾਂ ਆਟੋ ਇੰਕਰੀਮੈਂਟ ਕਰ ਦੇਵਾਂਗੇ। ਆਟੋ ਇੰਕਰੀਮੈਂਟ ਇਸ ਲਈ ਕਿਉਂਕਿ ਇੱਕ ਡਾਟਾ ਐਂਟਰ ਹੋਇਆ ਤਾਂ ਉਸ ਨੂੰ ਇੱਕ ਆਈਡੀ ਅਸਾਈਨ ਹੋ ਜਾਵੇਗੀ, ਅਤੇ ਦੂਜਾ ਡਾਟਾ ਜਦੋਂ ਅਸਾਈਨ ਹੋਇਆ ਤਾਂ ਉਸ ਨੂੰ ਦੂਸਰੀ ਆਈਡੀ ਅਸਾਈਨ ਹੋ ਜਾਵੇਗੀ। ਇਸ ਤਰ੍ਹਾਂ ਆਟੋ ਇੰਕਰੀਮੈਂਟ ਇੱਥੇ ਹੁੰਦਾ ਰਹੇਗਾ। ਇਸ ਫੀਲਡ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਰੋਲ ਨੰਬਰ ਆਵੇ ਸਟੂਡੈਂਟ ਦਾ, ਤਾਂ ਆਪਾਂ ਰੋਲ ਨੰਬਰ ਦੀ ਫੀਲਡ ਲੈ ਲਵਾਂਗੇ, ਰੋਲ ਨੰਬਰ। ਦੂਜੀ ਕਾਲਮ ਦੇ ਵਿੱਚ ਆਪਾਂ ਸਟੂਡੈਂਟ ਦਾ ਨੇਮ ਲੈ ਲਵਾਂਗੇ। ਤੀਸਰੀ ਦੇ ਵਿੱਚ ਆਪਾਂ ਈਮੇਲ। ਚੌਥੀ ਕਾਲਮ ਦੇ ਵਿੱਚ ਆਪਾਂ ਸੈਕਸ ਦਾ ਇੱਕ ਕਾਲਮ ਲੈ ਲਵਾਂਗੇ। ਔਰ ਇਸ ਨੂੰ ਰੋਲ ਨੰਬਰ ਨੂੰ ਆਪਾਂ ਇੰਟੀਜਰ ਹੀ ਰੱਖਾਂਗੇ, ਕਿਉਂਕਿ ਰੋਲ ਨੰਬਰ ਹਮੇਸ਼ਾ ਇੰਟੀਜਰ ਦੇ ਵਿੱਚ ਹੁੰਦੇ ਨੇ, ਜਿੱਦਾਂ 1 2 3 4। ਔਰ ਨੇਮ ਨੂੰ ਆਪਾਂ ਵੈਰਕੈਰ ਰੱਖ ਲਵਾਂਗੇ। ਇੱਦਾਂ ਹੀ ਈਮੇਲ ਵੈਰਕੈਰ ਕਰ ਲਾਂਗੇ, ਔਰ ਸੈਕਸ ਵੀ ਆਪਾਂ ਵੈਰਕੈਰ ਕਰ ਲਵਾਂਗੇ। ਇਹਨਾਂ ਨੂੰ ਆਪਾਂ ਲੈਂਥ ਦੇ ਦਿੰਦੇ ਹਾਂ, ਜਿੱਦਾਂ 30 ਤੱਕ ਕਰੈਕਟਰ ਤੱਕ ਟਾਈਪ ਹੋ ਜਾਵੇਗਾ, ਔਰ 30 ਤੱਕ ਇਸ ਦੀ ਲੈਂਥ ਦੇ ਦਿੰਦੇ ਹਾਂ। ਇੱਦਾਂ ਇਹਨਾਂ ਨੂੰ ਲੈਂਥ ਦੇਣੀ ਜ਼ਰੂਰੀ ਹੁੰਦੀ ਹੈ। ਔਰ ਇਸ ਤੋਂ ਬਾਅਦ ਆਪਾਂ ਸੇਵ ਤੇ ਕਲਿੱਕ ਕਰਾਂਗੇ। ਬਰਾਊਜ਼ ਤੇ ਕਲਿੱਕ ਕਰਾਂਗੇ ਤਾਂ ਆਪਾਂ ਤੁਸੀਂ ਦੇਖ ਸਕਦੇ ਹੋ ਆਪਣਾ ਜੋ ਟੇਬਲ ਹੈ ਉਹ ਕ੍ਰੀਏਟ ਹੋ ਚੁੱਕਿਆ ਹੈ। ਇਹਦੇ ਵਿੱਚ ਆਪਾਂ ਹੁਣ ਡਾਟਾ ਇਨਸਰਟ ਕਰਾਵਾਂਗੇ, ਜਿਹੜਾ ਕਿ ਯੂਜ਼ਰ ਰਾਹੀਂ ਸਬਮਿਟ ਕੀਤਾ ਜਾਵੇਗਾ। ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਕਾਲਮਸ ਦਾ ਇੱਕ ਫਾਰਮ ਬਣਾ ਲੈਂਦੇ ਹਾਂ, ਜਿਹਦੇ ਵਿੱਚ ਆਪਾਂ ਯੂਜ਼ਰ ਤੋਂ ਡਾਟਾ ਇਨਪੁਟ ਕਰਾਵਾਂਗੇ। ਤਾਂ ਆਪਾਂ ਸਭ ਤੋਂ ਪਹਿਲਾਂ ਇੱਕ ਫਾਰਮ ਬਣਾ ਲੈਂਦੇ ਹਾਂ HTML ਦੇ ਵਿੱਚ, ਔਰ ਇਹਦਾ ਨਾਮ ਰੱਖ ਲੈਂਦੇ ਹਾਂ ਟਾਈਟਲ ਫਾਰਮ। ਔਰ ਤੁਹਾਨੂੰ ਮੈंने ਦੱਸਿਆ ਸੀਗਾ ਵੈਬ ਡਿਜ਼ਾਈਨਿੰਗ ਦੇ ਪਾਰਟ ਦੇ ਵਿੱਚ ਤੁਹਾਨੂੰ ਹੈਡ ਦੇ ਵਿੱਚ ਬੂਟਸਟਰੈਪ ਦੀਆਂ ਕਲਾਸਿਸ ਲਗਾਉਣੀਆਂ ਜ਼ਰੂਰੀ ਹੁੰਦੀਆਂ ਹਨ। ਤਾਂ ਤੁਹਾਨੂੰ ਬੂਟਸਟਰੈਪ ਦੀਆਂ ਕਲਾਸਿਸ ਲਾਉਣ ਦੇ ਲਈ ਜਸਟ ਇੱਥੇ ਬੂਟਸਟਰੈਪ 4 ਲਿਖਣਾ ਹੈ। ਤੁਹਾਨੂੰ ਫਸਟ ਲਿੰਕ ਦੇ ਉੱਤੇ ਕਲਿੱਕ ਕਰਨਾ, ਜਿੱਥੇ ਲਿਖਿਆ W3 ਸਕੂਲ ਬੂਟਸਟਰੈਪ 4, ਔਰ ਨੀਚੇ ਆ ਕੇ ਤੁਹਾਨੂੰ ਟਰਾਈ ਇਟ ਯੂਰਸੈਲਫ ਤੇ ਕਲਿੱਕ ਕਰ ਦੇਣਾ ਹੈ। ਔਰ ਇੱਥੇ ਤੁਹਾਨੂੰ ਬੂਟਸਟਰੈਪ ਦੀਆਂ ਕਲਾਸਿਸ ਮਿਲ ਜਾਣਗੇ, ਜਿਨ੍ਹਾਂ ਨੂੰ ਤੁਸੀਂ ਕਾਪੀ ਪੇਸਟ ਕਰ ਸਕਦੇ ਹੋ। ਇਹ ਲਗਾਉਣੀਆਂ ਜ਼ਰੂਰੀ ਹੁੰਦੀਆਂ ਹਨ ਜਦੋਂ ਆਪਾਂ ਬੂਟਸਟਰੈਪ ਯੂਜ਼ ਕਰਦੇ ਹਾਂ, ਤਾਂ ਬੂਟਸਟਰੈਪ ਦੀਆਂ PWR ਕਲਾਸ ਹੁੰਦੀਆਂ ਹਨ ਜਿਹੜੀਆਂ ਕਿ ਲਾਉਣੀਆਂ ਜ਼ਰੂਰੀ ਹੁੰਦੀਆਂ ਹਨ। ਔਰ ਇਸ ਤੋਂ ਬਾਅਦ ਆਪਾਂ ਬੋਡੀ ਦੇ ਵਿੱਚ ਫਾਰਮ ਬਣਾਵਾਂਗੇ, ਤਾਂ ਆਪਾਂ ਇੱਥੇ ਫਾਰਮ ਟੈਗ ਲਾਵਾਂਗੇ, ਜਿਹਦੇ ਵਿੱਚ ਆਪਾਂ ਕਲਾਸ ਦੇਵਾਂਗੇ ਫਾਰਮ। ਔਰ ਇਹਦੇ ਵਿੱਚ ਆਪਾਂ ਇੱਕ ਫੀਲਡ ਲਵਾਂਗੇ ਡਿਵ ਦੀ ਮਦਦ ਦੇ ਨਾਲ, ਇਹਨੂੰ ਆਪਾਂ ਕਲਾਸ ਦੇਵਾਂਗੇ ਫਾਰਮ ਗਰੁੱਪ। ਔਰ ਇਸ ਦੇ ਵਿੱਚ ਆਪਾਂ ਇਨਪੁਟ ਕਰਾਵਾਂਗੇ ਯੂਜ਼ਰ ਦੇ, ਜੋ ਕਿ ਹੋਵੇਗਾ ਰੋਲ ਨੰਬਰ। ਔਰ ਇਸ ਤੋਂ ਬਾਅਦ ਆਪਾਂ ਇੱਥੇ ਇੱਕ ਕਲਾਸ ਲਾਵਾਂਗੇ, ਜੋ ਕਿ ਬੂਟਸਟਰੈਪ ਦੀ ਕਲਾਸ ਹੈ ਫਾਰਮ ਕੰਟਰੋਲ। ਉਹ ਇੱਦਾਂ ਹੀ ਆਪਾਂ ਹੋਰ ਫੀਲਡ ਬਣਾ ਲਵਾਂਗੇ। ਮੈਂ ਇਸਨੂੰ ਕਾਪੀ ਕਰ ਲੈਣਾ ਤੇ ਪੇਸਟ ਕਰ ਦੇਵਾਂਗਾ। ਉਹਨਾਂ ਦਾ ਨਾਮ ਚੇਂਜ ਕਰ ਦੇਵਾਂਗਾ, ਜਿੱਦਾਂ ਰੋਲ ਨੰਬਰ ਤੋਂ ਬਾਅਦ ਮੇਰਾ ਆਵੇਗਾ ਨੇਮ, ਔਰ ਨੀਚੇ ਮੇਰੇ ਰੋਲ ਨੇਮ ਤੋਂ ਬਾਅਦ ਆਵੇਗਾ ਕਲਾਸ, ਜੋ ਕਿ ਮੈंने ਇੱਧਰ ਫੀਲਡ ਲੈਤੀਆਂ ਸੀ ਲੋਕਲ ਹੋਸਟ ਦੇ ਉੱਪਰ। ਸੇਮ ਤੁਹਾਨੂੰ ਉਹੀ ਫੀਲਡ ਰੱਖਣੀ ਹੈ, ਜਿੱਦਾਂ ਰੋਲ ਨੰਬਰ, ਨੇਮ ਤੇ ਮੇਰਾ ਥਰਡ ਸੀਗਾ ਈਮੇਲ, ਤਾਂ ਆਪਾਂ ਈਮੇਲ ਰੱਖਾਂਗੇ ਔਰ ਇੱਥੇ ਈਮੇਲ ਲਿਖਾਂਗੇ। ਔਰ ਨੈਕਸਟ ਮੇਰਾ ਸੀਗਾ ਸੈਕਸ ਦਾ, ਤਾਂ ਇਸ ਤੋਂ ਬਾਅਦ ਆਪਾਂ ਰੇਡੀਓ ਬਟਨ ਲਵਾਂਗੇ। ਇੱਥੇ ਆਪਾਂ ਕਲਾਸ ਲਵਾਂਗੇ ਫਾਰਮ ਗਰੁੱਪ। ਇਸ ਦੇ ਵਿੱਚ ਆਪਾਂ ਇਨਪੁਟ ਟਾਈਪ ਆਪਾਂ ਲੈਣੀ ਹੈ ਰੇਡੀਓ, ਕਿਉਂਕਿ ਆਪਾਂ ਜੈਂਡਰ ਹੈ ਜੋ ਉਹ ਰੇਡੀਓ ਬਟਨ ਦੇ ਵਿੱਚ ਲਵਾਂਗੇ, ਜਿੱਦਾਂ ਇੱਥੇ ਲੈਤੀ ਹੋਈ ਹੈ ਆਪਾਂ ਇਸ ਤਰ੍ਹਾਂ। ਔਰ ਇਸ ਤਰ੍ਹਾਂ ਆਪਾਂ ਰੇਡੀਓ ਬਟਨ ਬਣਾ ਲੈਂਦੇ ਹਾਂ। ਇਹਦੀ ਟਾਈਪ ਹੋਵੇਗੀ ਰੇਡੀਓ, ਔਰ ਇਸ ਦਾ ਨੇਮ ਰੱਖ ਲੈਂਦੇ ਆਪਾਂ ਸੈਕਸ। ਔਰ ਇਸ ਤੋਂ ਬਾਅਦ ਆਪਾਂ ਇਸ ਨੂੰ ਵੈਲਿਊ ਦੇ ਦਿੰਦੇ ਹਾਂ ਮੇਲ, ਔਰ ਇਸ ਤੋਂ ਬਾਅਦ ਆਪਾਂ ਮੇਲ ਲਿਖ ਦੇਵਾਂਗੇ। ਔਰ ਇੱਦਾਂ ਹੀ ਆਪਾਂ ਫੀਮੇਲ ਦੀ ਵੀ ਕ੍ਰੀਏਟ ਕਰ ਲਵਾਂਗੇ। ਇੱਥੇ ਆਪਾਂ ਲਿਖ ਦੇਵਾਂਗੇ ਫੀਮੇਲ।
ਔਰ ਇੱਕ ਆਪਾਂ ਬਟਨ ਬਣਾਵਾਂਗੇ ਜਿਸ ਤੇ ਆਪਾਂ ਸਬਮਿਟ ਕਰਕੇ ਡਾਟਾ ਨੂੰ ਸਬਮਿਟ ਕਰਾਵਾਂਗੇ। ਇਨਪੁਟ ਲਵਾਂਗੇ ਆਪਾਂ ਸਬਮਿਟ। ਇਸ ਦੀ ਟਾਈਪ ਸਬਮਿਟ ਲੈਤੀ ਜਾਂਦੀ ਹੈ ਕਿਉਂਕਿ ਆਪਾਂ ਡਾਟਾ ਸਬਮਿਟ ਕਰਵਾਉਣਾ। ਔਰ ਨੇਮ ਇਸ ਦਾ ਸਬਮਿਟ ਰੱਖਾਂਗੇ, ਵੈਲਿਊ ਦੇ ਵਿੱਚ ਸਬਮਿਟ। ਔਰ ਮੈਂ ਇਸ ਨੂੰ ਸੇਵ ਕਰਦਾ ਔਰ ਆਪਣੇ ਬਰਾਊਜ਼ਰ ਦੇ ਵਿੱਚ ਓਪਨ ਕਰਾਂਗਾ। ਇੱਥੇ ਤੁਹਾਨੂੰ ਲੋਕਲ ਹੋਸਟ ਲਿਖਣਾ ਪਵੇਗਾ। ਇੱਥੇ ਤੁਸੀਂ ਦੇਖ ਸਕਦੇ ਹੋ ਮੇਰਾ ਫਾਰਮ ਹੈ ਜੋ ਕ੍ਰੀਏਟ ਹੋ ਚੁੱਕਾ ਹੈ। ਇਸ ਨੂੰ ਮੈਂ ਸੈਂਟਰ ਦੇ ਵਿੱਚ ਕਰ ਲੈਣਾ ਔਰ ਉੱਪਰ ਇਹਦਾ ਨਾਮ ਵੀ ਟਾਈਟਲ ਵੀ ਦੇ ਦੇਣਾ। ਔਰ ਇੱਥੇ ਮੈਂ ਲਿਖਾਂਗਾ S3 ਦੇ ਵਿੱਚ ਲਿਖ ਲੈਣਾ। ਇਸ ਨੂੰ ਸਟਾਈਲ ਦੇ ਦੇਣਾ ਤਾਂ ਕਿ ਇਹ ਸੈਂਟਰ ਦੇ ਵਿੱਚ ਆ ਜਾਵੇ। ਔਰ ਇੱਥੇ ਲਿਖ ਲੈਣਾ ਰਜਿਸਟ੍ਰੇਸ਼ਨ। ਔਰ ਇਸ ਨੂੰ ਮਾਰ ਦੇ ਦੇਣਾ ਨਾ ਟੌਪ ਤੋਂ ਤਾਂ ਕਿ ਉੱਪਰੋਂ ਥੋੜੀ ਵਿੱਥ ਰਹੇ। ਤਾਂ empty-5 ਲਿਖਾਂਗਾ ਤਾਂ ਉੱਪਰੋਂ ਸਪੇਸ ਆ ਜਾਵੇਗੀ। ਤੁਸੀਂ ਦੇਖ ਸਕਦੇ ਹੋ ਮੇਰਾ ਰਜਿਸਟ੍ਰੇਸ਼ਨ ਫਾਰਮ ਹੈ ਜੋ ਕੰਪਲੀਟ ਹੋ ਚੁੱਕਿਆ। ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਪਲੇਸ ਹੋਲਡਰ ਲੈ ਲੈਣਾ ਜਿੱਥੇ ਤੁਹਾਨੂੰ ਨਾਮ ਸ਼ੋ ਹੁੰਦਾ ਰਹੇਗਾ ਇੱਥੇ ਕੀ ਟਾਈਪ ਕਰਨਾ ਹੈ। ਤਾਂ ਆਪਾਂ ਇੱਥੇ ਇੱਕ ਪਲੇਸ ਹੋਲਡਰ ਲੈ ਲੈਂਦੇ ਹਾਂ ਇਨਪੁਟ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਰੋਲ ਨੰਬਰ ਦਾ ਪਲੇਸ ਹੋਲਡਰ ਲਵਾਂਗੇ। ਇਸ ਨੂੰ ਸੇਵ ਕਰਾਂਗੇ ਔਰ ਪੇਜ ਨੂੰ ਰੀਫਰੈਸ਼ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਪਲੇਸ ਹੋਲਡਰ ਆ ਚੁੱਕਾ ਹੈ। ਐਂਟਰ ਯੂਰ ਰੋਲ ਨੰਬਰ, ਐਂਟਰ ਯੂਰ ਨੇਮ ਔਰ ਐਂਟਰ ਯੂਰ ਈਮੇਲ। ਤਾਂ ਇਸ ਸਭ ਤੋਂ ਪਹਿਲਾਂ ਹੁਣ ਆਪਾਂ ਇੱਕ ਕਨੈਕਸ਼ਨ ਬਣਾਵਾਂਗੇ ਜੋ ਕਿ ਆਪਣਾ ਡਾਟਾਬੇਸ ਨਾਲ ਹੋਵੇਗਾ। ਡਾਟਾਬੇਸ ਆਪਾਂ ਕ੍ਰੀਏਟ ਕੀਤਾ ਸੀਗਾ ਜੋ ਕਿ ਆਪਣਾ ਸਟੂਡੈਂਟ ਨਾਮ ਸੀ। ਡਾਟਾਬੇਸ ਦਾ ਨਾਮ ਆਪਾਂ ਸਟੂਡੈਂਟ ਰੱਖਿਆ ਸੀ ਔਰ ਟੇਬਲ ਦਾ ਨਾਮ ਆਪਣਾ ਡਾਟਾ ਹੈ। ਤਾਂ ਇੱਥੇ ਆਪਾਂ ਇੱਕ ਡਾਟਾਬੇਸ ਨਾਲ ਕਨੈਕਸ਼ਨ ਬਣਾ ਲਵਾਂਗੇ ਤਾਂ ਕਿ ਜਦ ਵੀ ਆਪਾਂ ਯੂਜ਼ਰ ਤੋਂ ਇਨਪੁਟ ਲਈਏ ਤਾਂ ਆਪਣਾ ਡਾਟਾ ਇੱਥੇ ਟੇਬਲ ਦੇ ਵਿੱਚ ਆ ਜਾਵੇ। ਕਨੈਕਸ਼ਨ ਆਪਾਂ PHP ਦੇ ਵਿੱਚ ਬਣਾਵਾਂਗੇ। ਉੱਪਰ ਹੀ ਆਪਾਂ ਇਸ ਫਾਈਲ ਦੇ ਉੱਪਰ PHP ਸ਼ੁਰੂ ਕਰਾਂਗੇ। ਇੱਦਾਂ PHP ਸ਼ੁਰੂ ਕੀਤੀ ਜਾਂਦੀ ਹੈ ਔਰ ਇੱਦਾਂ ਬੰਦ ਕੀਤੀ ਜਾਂਦੀ ਹੈ। ਔਰ ਇਹਦੇ ਵਿੱਚ ਆਪਾਂ ਇੱਕ ਕਨੈਕਸ਼ਨ ਬਣਾਵਾਂਗੇ। ਆਪਣਾ ਹੋਸਟ ਜੋ ਹੈ ਲੋਕਲ ਸਰਵਰ ਹੈ ਇਸ ਲਈ ਆਪਾਂ ਇਸ ਦਾ ਨਾਮ ਰੱਖਾਂਗੇ ਲੋਕਲ ਹੋਸਟ। ਔਰ ਨੇਮ ਜੋ ਆਪਣਾ ਹੈ ਰੂਟ ਹੈ ਔਰ ਪਾਸਵਰਡ ਹੈ ਆਪਾਂ ਰੱਖਿਆ ਨਹੀਂ ਇਸ ਲਈ ਖਾਲੀ ਰੱਖਾਂਗੇ। ਔਰ ਡਾਟਾਬੇਸ ਦਾ ਨਾਮ ਆਪਾਂ ਰੱਖਿਆ ਸੀਗਾ ਸਟੂਡੈਂਟਸ। ਤੁਸੀਂ ਇੱਥੇ ਵੀ ਦੇਖ ਸਕਦੇ ਹੋ ਤੁਹਾਡੇ ਡਾਟਾਬੇਸ ਦਾ ਕੀ ਨਾਮ ਹੈ। ਤੁਸੀਂ ਦੇਖ ਸਕਦੇ ਹੋ ਸਟੂਡੈਂਟ ਹੈ ਤਾਂ ਆਪਾਂ S ਕੱਢ ਦਿੰਦੇ ਹਾਂ ਸਟੂਡੈਂਟ। ਔਰ ਇਸ ਤੋਂ ਬਾਅਦ ਡਾਟਾਬੇਸ ਨੂੰ ਕਨੈਕਟ ਕਰਾਂਗੇ ਤਾਂ ਆਪਾਂ ਯੂਜ਼ ਕਰਾਂਗੇ MySQLi ਕਨੈਕਟ। ਔਰ ਇਹਦੇ ਵਿੱਚ ਆਪਾਂ ਜੋ ਉੱਪਰ ਵੇਰੀਏਬਲ ਲਿੱਤੇ ਨੇ ਉਹ ਪਵਾਵਾਂਗੇ ਜਿੱਦਾਂ ਹੋਸਟ ਨੇਮ ਪਾਸਵਰਡ ਤੇ ਡਾਟਾਬੇਸ। ਇਸ ਨੂੰ ਆਪਾਂ ਇੱਕ ਵੇਰੀਏਬਲ ਦੇ ਵਿੱਚ ਪਵਾ ਲੈਂਦੇ ਹਾਂ ਤਾਂ ਕਿ ਆਪਾਂ ਨੂੰ ਮੈਸੇਜ ਸ਼ੋ ਹੋ ਜਾਵੇ ਜਦ ਵੀ ਆਪਣਾ ਡਾਟਾਬੇਸ ਕਨੈਕਟ ਹੋਵੇ। ਤਾਂ ਇਸ ਨੂੰ ਆਪਾਂ ਰੱਖ ਲੈਂਦੇ ਹਾਂ ਕੌਨ। ਔਰ ਇੱਥੇ ਆਪਾਂ ਕੰਡੀਸ਼ਨ ਲਾਵਾਂਗੇ ਇਫ ਜੇ ਮੇਰਾ ਕਨੈਕਸ਼ਨ ਕੌਨ ਇਕੁਅਲ ਟੂ ਟਰੂ ਹੈ ਜੁੜ ਚੁੱਕਾ ਹੈ ਤਾਂ ਮੈਨੂੰ ਮੈਸੇਜ ਡਿਸਪਲੇ ਕਰਾ ਦਿਓ। ਇਕੋ ਯੂਜ਼ ਕੀਤਾ ਹੈ ਪ੍ਰਿੰਟ ਕਰਾਉਣ ਦੇ ਲਈ PHP ਦੇ ਵਿੱਚ। ਔਰ ਐਲਸ ਦੇ ਵਿੱਚ ਆਪਾਂ ਕਰਾ ਦਾਂਗੇ ਇਕੋ ਨੋਟ ਕਨੈਕਟਡ। ਇਸ ਨੂੰ ਸੇਵ ਕਰਾਂਗੇ ਔਰ ਆਪਾਂ ਆਪਣੇ ਫਾਈਲ ਨੂੰ ਫਾਰਮ ਨੂੰ ਰੀਫਰੈਸ਼ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਨੈਕਟਡ ਹੋ ਚੁੱਕਾ ਹੈ ਡਾਟਾਬੇਸ ਦੇ ਨਾਲ ਆਪਣਾ ਫਾਰਮ। ਲੇਕਿਨ ਇੱਦਾਂ ਹੀ ਟਾਈਪ ਕਰਨ ਤੇ ਕੁਝ ਵੀ ਡਾਟਾ ਸਰਵਰ ਤੇ ਨਹੀਂ ਜਾਣ ਵਾਲਾ। ਉਸ ਤੋਂ ਪਹਿਲਾਂ ਆਪਾਂ ਨੂੰ ਇਨਸਰਟ ਦੀ ਕੁਐਰੀ ਚਲਾਉਣੀ ਪਵੇਗੀ। ਉਹ ਕਿੱਦਾਂ ਚਲਾਈ ਜਾਂਦੀ ਹੈ ਤੁਹਾਨੂੰ ਦਿਖਾ ਦਿੰਦਾ। ਹੁਣ ਇੱਥੇ ਤੁਹਾਨੂੰ ਇਨਸਰਟ ਦੀ ਕੁਐਰੀ ਚਲਾਉਣੀ ਪਵੇਗੀ ਤਾਂ ਆਪਾਂ ਲਿਖਦੇ ਹਾਂ ਇਫ
ਆਪਾਂ ਬਟਨ ਦਾ ਨਾਮ ਲੈਤਾ ਸੀਗਾ ਸਬਮਿਟ। ਤਾਂ ਜਦੋਂ ਵੀ ਮੇਰੇ ਬਟਨ ਤੇ ਸਬਮਿਟ ਹੋਵੇ ਇਸ ਸੈਟ, ਇਹ ਆਪਾਂ ਵੇਰੀਏਬਲ ਲਵਾਂਗੇ ਪੋਸਟ, ਕਿਉਂਕਿ ਆਪਾਂ ਡਾਟਾ ਪੋਸਟ ਕਰਾਉਣਾ ਹੈ। ਤਾਂ ਆਪਾਂ ਇਹਦੇ ਵਿੱਚ ਲਵਾਂਗੇ ਬਟਨ ਸਬਮਿਟ। ਜਦੋਂ ਵੀ ਮੇਰੇ ਬਟਨ ਸਬਮਿਟ ਤੇ ਕਲਿੱਕ ਹੋਵੇ ਤਾਂ ਮੇਰੀਆਂ ਫੀਲਡਸ ਅਪਡੇਟ ਚਾਹੀਦੀਆਂ ਹਨ, ਜਿਹੜੀਆਂ ਕਿ ਹਨ ਰੋਲ ਨੰਬਰ, ਨੇਮ, ਈਮੇਲ ਔਰ ਸੈਕਸ। ਇਸ ਤੋਂ ਬਾਅਦ ਆਪਾਂ ਇਹਨਾਂ ਵੇਰੀਏਬਲਸ ਨੂੰ ਲਵਾਂਗੇ। ਜਿੱਦਾਂ ਸਭ ਤੋਂ ਪਹਿਲਾਂ ਰੋਲ ਨੰਬਰ ਲੈ ਲੈਂਦੇ ਹਾਂ, ਰੋਲ ਰੱਖ ਲੈਂਦਾ ਮੈਂ ਇਹਦਾ ਨਾਮ, ਔਰ ਮੈਂ ਇਸ ਨੂੰ ਪੋਸਟ ਕਰਾਉਣਾ ਚਾਹੁੰਦਾ ਸਰਵਰ ਤੇ। ਇਹਦਾ ਨਾਮ ਵੀ ਸਰਵਰ ਤੇ ਰੋਲ ਹੀ ਹੈ, ਰੋਲ ਨੰਬਰ। ਇਸ ਤੋਂ ਬਾਅਦ ਦੂਜਾ ਵੇਰੀਏਬਲ ਲਵਾਂਗਾ ਜਿਹੜਾ ਕਿ ਮੇਰਾ ਨਾਮ ਹੈ ਨੇਮ। ਨੇਮ ਨੂੰ ਮੈਂ ਸਰਵਰ ਤੇ ਪੋਸਟ ਕਰਾਵਾਂਗਾ। ਇੱਥੇ ਮੈਂ ਨਾਮ ਰੱਖਾਂਗਾ ਨੇਮ। ਔਰ ਇਸ ਤੋਂ ਬਾਅਦ ਮੈਂ ਈਮੇਲ ਕਰਾਵਾਂਗਾ, ਤਾਂ ਇੱਥੇ ਮੈਂ ਵੇਰੀਏਬਲ ਲੈ ਲੈਣਾ ਈਮੇਲ, ਔਰ ਪੋਸਟ ਕਰਾਉਣਾ ਚਾਹੁੰਦਾ ਮੈਂ ਈਮੇਲ। ਨੈਕਸਟ ਆਪਾਂ ਜੈਂਡਰ ਨੂੰ ਪ੍ਰਿੰਟ ਕਰਾਵਾਂਗੇ। ਤਾਂ ਇੱਥੇ ਮੈਂ ਇੱਕ ਵੇਰੀਏਬਲ ਲੈ ਲੈਣਾ ਔਰ ਜਿਸ ਨੂੰ ਮੈਂ ਪੋਸਟ ਕਰਾਵਾਂਗਾ। ਔਰ ਇਸ ਤੋਂ ਬਾਅਦ ਮੇਰਾ ਕੋਈ ਵੀ ਕਾਲਮ ਨਹੀਂ ਰਹਿੰਦਾ, ਤਾਂ ਇਸ ਤੋਂ ਬਾਅਦ ਮੈਂ ਇਨਸਰਟ ਦੀ ਕੁਐਰੀ ਲਿਖ ਦੇਵਾਂਗਾ। ਤਾਂ ਇਨਸਰਟ ਦੀ ਕੁਐਰੀ ਹੁੰਦੀ ਹੈ ਇਨਸਰਟ ਇਨਟੂ, ਤਾਂ ਮੈਂ ਇੱਥੇ ਇਨਸਰਟ ਕਰਾਵਾਂਗਾ ਡਾਟਾ ਦੇ ਵਿੱਚ, ਜੋ ਕਿ ਮੇਰੇ ਟੇਬਲ ਦਾ ਨਾਮ ਹੈ। ਤੁਸੀਂ ਦੇਖ ਸਕਦੇ ਹੋ ਮੇਰੇ ਡਾਟਾਬੇਸ ਦਾ ਨਾਮ ਸੀ ਸਟੂਡੈਂਟਸ ਔਰ ਟੇਬਲ ਦਾ ਨਾਮ ਹੈ ਡਾਟਾ। ਤਾਂ ਇੱਥੇ ਮੈਂ ਲਿਖਾਂਗਾ ਡਾਟਾ, ਇਨਸਰਟ ਇਨਟੂ ਡਾਟਾ, ਔਰ ਇਸ ਦੇ ਵਿੱਚ ਆਪਾਂ ਕਾਲਮਸ ਲਵਾਂਗੇ ਜਿਹੜੇ ਕਿ ਉੱਪਰ ਆਪਾਂ ਵੇਰੀਏਬਲ ਦੇ ਵਿੱਚ ਪਵਾਏ ਹਨ। ਰੋਲ ਨੰਬਰ, ਨੇਮ, ਈਮੇਲ ਔਰ ਸੈਕਸ। ਇਸ ਤੋਂ ਬਾਅਦ ਆਪਾਂ ਵੈਲਿਊਜ਼ ਲਵਾਂਗੇ ਜਿਹੜੇ ਕਿ ਯੂਜ਼ਰ ਦੁਆਰਾ ਇਨਪੁਟ ਕਰਾਈਆਂ ਜਾਣਗੀਆਂ। ਉਹ ਆਪਾਂ ਇਸ ਵੇਰੀਏਬਲ ਦੇ ਵਿੱਚ ਸਟੋਰ ਕਰਾ ਚੁੱਕੇ ਹਾਂ। ਤਾਂ ਆਪਾਂ ਇੱਥੇ ਵੇਰੀਏਬਲਸ ਨੂੰ ਲਿਖਾਂਗੇ। ਔਰ ਇਸ ਤੋਂ ਬਾਅਦ ਤੁਹਾਨੂੰ ਯਾਦ ਰੱਖਣਾ ਹਮੇਸ਼ਾ ਜਿਹੜੀ ਵੀ ਕੰਡੀਸ਼ਨ ਸ਼ੁਰੂ ਕੀਤੀ ਉਸ ਨੂੰ ਸੈਮੀਕੋਲਨ ਲਗਾ ਕੇ ਖਤਮ ਜ਼ਰੂਰ ਕਰੋ। ਔਰ ਇਸ ਨੂੰ ਆਪਾਂ ਇੱਕ ਵੇਰੀਏਬਲ ਦੇ ਵਿੱਚ ਪਵਾ ਲੈਂਦੇ ਹਾਂ, ਇਸ ਵੈਲਿਊ ਨੂੰ, ਜੋ ਕਿ ਇਨਸਰਟ ਨਾਂ ਦਾ ਆਪਾਂ ਵੇਰੀਏਬਲ ਲੈ ਲੈਂਦੇ ਹਾਂ। ਔਰ ਇਸ ਤੋਂ ਬਾਅਦ ਆਪਾਂ ਕੁਐਰੀ ਚਲਾਵਾਂਗੇ। ਜਦੋਂ ਵੀ ਡਾਟਾ ਇਨਸਰਟ ਹੋਵੇ ਤਾਂ ਮੇਰਾ ਮਾਈਸਕਲ ਕੁਐਰੀ ਚੱਲੇ। ਜਦੋਂ ਵੀ ਕੋਈ ਡਾਟਾ ਇਨਸਰਟ ਕਰੇ, ਯਾਨੀ ਕਿ ਇਨਪੁਟ ਯੂਜ਼ਰ ਟਾਈਪ ਕਰੇ, ਤਾਂ ਕਨੈਕਸ਼ਨ ਉਸ ਡਾਟੇ ਨੂੰ ਮੇਰੇ ਟੇਬਲ ਤੱਕ ਲੈ ਕੇ ਜਾਵੇ। ਤਾਂ ਆਪਾਂ ਕਨੈਕਸ਼ਨ ਦਾ ਇੱਕ ਵੇਰੀਏਬਲ ਲਿਖਿਆ, ਜੋ ਕਿ ਆਪਾਂ ਕਨੈਕਸ਼ਨ ਬਣਾਇਆ ਸੀ ਉੱਪਰ ਡਾਟਾਬੇਸ ਨਾਲ। ਇਹ ਇਨਸਰਟ ਆਪਣਾ ਡਾਟਾ ਨੂੰ ਇਨਸਰਟ ਕਰਾਵੇਗਾ। ਇਸ ਤੋਂ ਬਾਅਦ ਆਪਾਂ ਇਸ ਨੂੰ ਬੰਦ ਕਰ ਦਾਂਗੇ ਔਰ ਇਸ ਨੂੰ ਆਪਾਂ ਇੱਕ ਵੇਰੀਏਬਲ 'ਚ ਪਵਾ ਲੈਂਦੇ ਹਾਂ, ਤਾਂ ਕਿ ਆਪਾਂ ਨੂੰ ਮੈਸੇਜ ਸ਼ੋ ਹੁੰਦਾ ਰਹੇ ਜਦੋਂ ਵੀ ਆਪਣਾ ਡਾਟਾ ਇਨਸਰਟ ਹੋਵੇ। ਤਾਂ ਇਸ ਨੂੰ ਮੈਂ ਕੁਐਰੀ ਲਿਖ ਲੈਣਾ ਔਰ ਇੱਕ ਕੰਡੀਸ਼ਨ ਲਾਵਾਂਗਾ, ਇਫ ਕੁਐਰੀ ਇਕੁਅਲ ਟੂ ਟਰੂ, ਤਾਂ ਇੱਕੋ ਮੈਸੇਜ ਕਰਾ ਦੇ ਡਾਟਾ ਇਨਸਰਟਡ, ਐਲਸ ਮੈਨੂੰ ਮੈਸੇਜ ਸ਼ੋ ਕਰਾ ਦੇ ਇਕੋ ਡਾਟਾ ਨਾਟ ਇਨਸਰਟਡ। ਹੁਣ ਆਪਾਂ ਯੂਜ਼ਰ ਤੋਂ ਡਾਟਾ ਇਨਪੁਟ ਕਰਾ ਕੇ ਦੇਖਦੇ ਹਾਂ ਆਪਣਾ ਡਾਟਾ ਇਨਸਰਟ ਹੋ ਰਿਹਾ ਹੈ ਜਾਂ ਨਹੀਂ। ਤਾਂ ਇੱਥੇ ਆਪਾਂ ਡਾਟਾ ਇਨਪੁਟ ਕਰਾ ਲੈਂਦੇ ਹਾਂ। ਜਿੱਦਾਂ ਰੋਲ ਨੰਬਰ 1 ਰੱਖਾਂਗੇ, ਨੇਮ ਹਨੀ, ਈਮੇਲ ਆਪਾਂ ਰੱਖ ਲੈਂਦੇ ਹਾਂ honey@gmail.com, ਔਰ ਮੇਲ ਸਿਲੈਕਟ ਕਰਾਂਗਾ ਔਰ ਸਬਮਿਟ 'ਤੇ ਕਲਿੱਕ ਕਰਾਂਗਾ। ਇੱਥੇ ਡਾਟਾ ਇਨਸਰਟ ਨਹੀਂ ਹੋਇਆ। ਕਿਉਂ ਨਹੀਂ ਹੋਇਆ ਤੁਹਾਨੂੰ ਸਰਵਰ 'ਤੇ ਜਾ ਕੇ ਵੀ ਦਿਖਾ ਦਿੰਦਾ। ਤੁਸੀਂ ਦੇਖ ਸਕਦੇ ਇੱਥੇ ਡਾਟਾ ਇਨਸਰਟ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਆਪਾਂ ਪੋਸਟ ਮੈਥਡ ਯੂਜ਼ ਕਰ ਰਹੇ ਹਾਂ।
ਇਸ ਲਈ ਆਪਾਂ ਨੂੰ ਫਾਰਮ ਦੇ ਵਿੱਚ ਮੈਥਡ ਪੋਸਟ ਲਗਾਉਣਾ ਬਹੁਤ ਹੀ ਜ਼ਰੂਰੀ ਹੈ। ਇੱਥੇ ਤੁਸੀਂ ਮੈਥਡ ਲਿਖੋਗੇ, ਮੈਥਡ ਪੋਸਟ। ਜਦੋਂ ਇਹ ਤੁਸੀਂ ਲਿਖੋਗੇ ਤਾਂ ਇਸ ਤੋਂ ਬਾਅਦ ਤੁਹਾਡਾ ਡਾਟਾ ਜਿਹੜਾ ਹੈ ਇਨਸਰਟ ਹੋ ਜਾਵੇਗਾ। ਇੱਥੇ ਲਿਖਦਾ ਆਪਾਂ ਰੋਲ ਨੰਬਰ 1, ਨਾਮ ਹਨੀ, ਈਮੇਲ honey@gmail ਔਰ ਮੇਲ ਤੇ ਸਿਲੈਕਟ ਕਰਾਂਗਾ, ਸਬਮਿਟ ਕਰ ਦੇਵਾਂਗਾ। ਤੁਸੀਂ ਦੇਖ ਸਕਦੇ ਹੋ ਮੇਰਾ ਮੈਸੇਜ ਆ ਚੁੱਕਿਆ ਡਾਟਾ ਇਨਸਰਟਡ। ਔਰ ਮੈਂ ਸਰਵਰ ਤੇ ਵੀ ਜਾਵਾਂਗਾ ਔਰ ਰੀਫਰੈਸ਼ ਕਰਾਂਗਾ ਤਾਂ ਤੁਸੀਂ ਦੇਖ ਸਕਦੇ ਹੋ ਮੇਰਾ ਡਾਟਾ ਇੱਥੇ ਆ ਚੁੱਕਿਆ ਔਰ ਮੇਰੀ ਆਈਡੀ ਵੀ ਆ ਚੁੱਕੀ ਹੈ, ਇੱਕ ਰੋਲ ਨੰਬਰ 1 honey@gmail.com ਔਰ ਮੇਲ ਆ ਚੁੱਕਿਆ। ਤਾਂ ਇੱਦਾਂ ਤੁਸੀਂ ਔਰ ਕਿੰਨੇ ਮਰਜ਼ੀ ਡਾਟਾ ਇਨਸਰਟ ਕਰਵਾ ਸਕਦੇ ਹੋ। ਇਸ ਤਰ੍ਹਾਂ ਮੈਂ ਇੱਕ ਔਰ ਵਾਰ ਡਾਟਾ ਇਨਸਰਟ ਕਰਵਾ ਲੈਣਾ, ਰੋਲ ਨੰਬਰ 2 राम नारायण और ईमेल ML प्रोडक्ट जो भी मैं रख लेना और मेल पे क्लिक करांगा, सबमिट कर देना। डाटा इंसर्ट हो चुका है मेरा और इत्थे रीफ्रैश करांगा, तुसीं देख सकते हो मेरा रोल नंबर 2 का डाटा इत्थे आ चुका है। हुण स्टूडेंट्स आपां जिहड़ा डाटा इत्थे इंसर्ट कराया उस डाटे नूं आपां फॉर्म दे नीचे शो भी करावांगे। जिहड़ा डाटा इत्थे इनपुट हुंदा जावेगा वो डाटा फॉर्म ਦੇ ਨੀਚੇ ਸ਼ੋ ਵੀ ਹੁੰਦਾ ਜਾਵੇਗਾ। ਹੁਣ ਆਪਾਂ ਡਾਟਾ ਫੈਚ ਕਰਾਂਗੇ ਤਾਂ ਆਪਾਂ ਦੇਖਦੇ ਹਾਂ ਕਿੱਦਾਂ ਕਰਾਂਗੇ। ਕੋਡਿੰਗ ਐਡੀਟਰ ਦੇ ਵਿੱਚ ਆਪਾਂ ਚੱਲਦੇ ਹਾਂ ਔਰ ਨੀਚੇ ਆਪਾਂ ਇੱਕ ਕੰਟੇਨਰ ਲਵਾਂਗੇ ਤਾਂ ਕਿ ਇੱਕ ਪਾਰਟੀਸ਼ਨ ਹੋ ਜਾਵੇ, ਮੇਰਾ ਡਾਟਾ ਟੇਬਲ ਹੈ ਜੋ ਨੀਚੇ ਆ ਜਾਵੇ ਰਜਿਸਟ੍ਰੇਸ਼ਨ ਫਾਰਮ ਦੇ। ਤਾਂ ਕੋਡ ਐਡੀਟਰ ਦੇ ਵਿੱਚ ਮੈਂ ਇੱਥੇ ਇੱਕ ਕੰਟੇਨਰ ਲੈ ਲੈਣਾ और एक रो लवांगा 12 कॉलम की और इस दे विच मैं टेबल टैग शुरू करांगा। टेबल क्रिएट करने लिए टेबल टैग शुरू करना होता है और इसकी क्लास दे देना मैं टेबल स्ट्राइप्ड और इस दे विच मैं एक टेबल हैड लवांगा जिस दे विच अपनी टेबल की हैडिंग आएगी। जिस तरह तुसी इत्थे देख सकते हो, जिस तरह तुसी अपने होस्ट के उपर देख सकते हो ID कॉलम नेम ये टेबल की हैडिंग आ जाएगी। तो आप इत्थे टेबल T हैड लवांगे और एक टेबल रो लवांगे। इस दे विच आपां टेबल हैडिंग की एक टैग लवांगे। सब तो पहला आपां रोल नंबर शो करावांगे, सैकेंड आपां नेम शो करावांगे और उस तो बाद आपां ईमेल और अपना एक जेंडर कॉलम है उसनूं भी आपां शो करावांगे। और टेबल हैड तो बाद आपां टेबल बॉडी लवांगे जिस दे विच अपना सारा डाटा है जो शो होएगा। तो टी बॉडी स्टार्ट करांगा, ਇਹਦੇ अंदर मैं टेबल रो लवांगा और टेबल डाटा दे विच मैं अपना डाटा शो करावांगा जो कि मैं PHP की हेल्प के नाल करावांगा, इसलिए मैं इसनूं हजे खाली रखांगा। मैनुअल नहीं कराउणा चाहुंदा मैं, जब भी उत्थे डाटा इंसर्ट होवे तां मेरे टेबल चों फैच होके यूजर नूं डिस्पले करावे। तां 4 कॉलम मैंने ले लए हैं और इस तो बाद आपां PHP की कोडिंग करांगे और इत्थे आपां टेबल बॉडी दे विच लूप लगावांगे। जब भी मेरा डाटा इंसर्ट होवे तां मैनूं मेरे टेबल दे विच शो हुंदा रहे। तां इत्थे आपां एक पहला PHP शुरू करांगे क्योंकि आपां PHP दे विच कोड कर रहे हैं और इत्थे आपां लिखांगे सिलेक्ट स्टार का मतलब हुंदा है सारा फ्रॉम डाटा मेरे टेबल का नाम सी जो कि मैंने टेबल का नाम रखा सी। तुसीं देख सकते हो डाटा मेरे टेबल का नाम है और डाटाबेस का नाम स्टूडेंट है। तो मेरे टेबल डाटा दे विचों मेरा सारा डाटा चुक के लिया और इसनूं मैं एक वेरीएबल दे विच पवा लेना जिसनूं मैं रख लेना नाम फैच
ਔਰ ਇਸ ਤੋਂ ਬਾਅਦ ਆਪਾਂ ਕੁਐਰੀ ਚਲਾਵਾਂਗੇ। ਇਸ ਨੂੰ ਬੰਦ ਕਰ ਦਿਓ, ਇਹ ਤੁਹਾਨੂੰ ਯਾਦ ਰੱਖਣਾ ਹੈ ਸੈਮੀਕੋਲਨ ਲਗਾ ਕੇ ਮਾਈਸਕਲ ਕੁਐਰੀ। ਔਰ ਇਸ ਦੇ ਵਿੱਚ ਆਪਾਂ ਕਨੈਕਸ਼ਨ ਦੀ ਕੁਐਰੀ ਬਣਾਵਾਂਗੇ। ਕਨੈਕਸ਼ਨ ਜਦ ਵੀ ਬਣੇਗਾ ਤਾਂ ਆਪਣੇ ਨਾਲ ਡਾਟਾ ਲੈ ਕੇ ਆਵੇਗਾ, ਜੋ ਕਿ ਹੋਵੇਗਾ ਫੈਚ ਵੇਰੀਏਬਲ ਦੇ ਵਿੱਚ। ਇਸ ਨੂੰ ਆਪਾਂ ਬੰਦ ਕਰ ਦਿੰਦੇ ਹਾਂ ਔਰ ਇਸ ਨੂੰ ਆਪਾਂ ਇੱਕ ਵੇਰੀਏਬਲ ਦੇ ਵਿੱਚ ਪਵਾ ਲੈਂਦੇ ਹਾਂ ਕੁਐਰੀ 1। ਔਰ ਇਸ ਤੋਂ ਬਾਅਦ ਆਪਾਂ ਲੂਪ ਲਗਾਵਾਂਗੇ। ਲੂਪ ਇਸ ਲਈ ਲਗਾਇਆ ਜਾਂਦਾ ਹੈ ਤਾਂ ਕਿ ਆਪਾਂ ਨੂੰ ਬਾਰ-ਬਾਰ ਕੋਡਿੰਗ ਨਾ ਕਰਨਾ ਪਵੇ। ਇਸ ਨੇ ਉਸ ਤੱਕ ਡਾਟਾ ਲੈ ਕੇ ਆਉਂਦਾ ਰਹਿਣਾ ਟੇਬਲ ਦੇ ਵਿੱਚ ਜਦ ਤੱਕ ਡਾਟਾ ਖਤਮ ਨਹੀਂ ਹੋ ਜਾਂਦਾ। ਤਾਂ ਜਿੰਨਾ ਵੀ ਡਾਟਾ ਹੋਵੇਗਾ ਇਹ ਲਿਆਉਂਦਾ ਰਹੇਗਾ ਜਦ ਤੱਕ ਇਨਸਰਟ ਹੁੰਦਾ ਰਹੇਗਾ। ਤਾਂ ਇਸ ਦੇ ਵਿੱਚ ਆਪਾਂ ਇੱਕ ਵੇਰੀਏਬਲ ਲਵਾਂਗੇ FTH ਨਾਂ ਦਾ, ਜਿਸ ਦੇ ਵਿੱਚ ਆਪਾਂ MySQL ਫੈਚ ਕਰਾਵਾਂਗੇ ਐਰੇ ਦੇ ਨਾਲ। ਔਰ ਇਸ ਦੇ ਵਿੱਚ ਆਪਾਂ ਕੁਐਰੀ ਦਾ ਵੇਰੀਏਬਲ ਪਵਾਵਾਂਗੇ ਜਿਸ ਦੇ ਵਿੱਚ ਆਪਣਾ ਸਾਰਾ ਡਾਟਾ ਲਿਆਤਾ ਹੋਇਆ ਹੈ, ਤਾਂ ਕਿ ਆਪਾਂ ਨੂੰ ਬਾਰ-ਬਾਰ ਉਹ ਡਾਟਾ ਮਿਲਦਾ ਰਹੇ। ਔਰ ਇਸ ਨੂੰ ਮੈਂ ਟੇਬਲ ਬੋਡੀ ਤੋਂ ਬਾਹਰ ਬੰਦ ਕਰ ਦੇਣਾ। ਹੁਣ ਆਪਾਂ ਇਕੋ ਕਰਾਵਾਂਗੇ ਜੋ ਵੀ ਆਪਣਾ ਡਾਟਾ ਟੇਬਲ ਡਾਟਾ ਦੇ ਵਿੱਚ ਸ਼ੋ ਹੋਵੇਗਾ। ਇੱਥੇ ਆਪਾਂ PHP ਸਟਾਰਟ ਕਰਾਂਗੇ ਔਰ ਇਕੋ ਕਰਾਵਾਂਗੇ ਜੋ ਆਪਣਾ FTH ਡਾਟੇ ਦੇ ਵਿੱਚ ਸੀ। ਤਾਂ ਮੈਂ ਇੱਥੇ ਸਭ ਤੋਂ ਪਹਿਲਾਂ ਰੋਲ ਨੰਬਰ ਫੈਚ ਕਰਾਉਣਾ ਚਾਹੁੰਦਾ, ਤਾਂ ਮੈਂ ਇੱਥੇ ਲਿਖਾਂਗਾ ਰੋਲ ਨਮ। ਇਹ ਮੇਰੇ ਵੇਰੀਏਬਲ, ਇਹ ਮੇਰੇ ਕਾਲਮ ਦਾ ਨਾਮ ਸੀ ਜੋ ਕਿ ਡਾਟਾਬੇਸ ਦੇ ਵਿੱਚ ਮੈंने ਲੈਤਾ ਹੋਇਆ ਸੀ। ਇੱਦਾਂ ਹੀ ਮੈਂ ਇੱਥੇ ਕਰਾ ਦੇਵਾਂਗਾ ਇਕੋ ਮੇਰੇ ਵੇਰੀਏਬਲ ਜੋ ਕਿ ਲੂਪ ਦੇ ਵਿੱਚ ਹੈ। ਔਰ ਨੈਕਸਟ ਮੈਂ ਕਰਾਉਣਾ ਚਾਹੁੰਦਾ ਨੇਮ। ਇੱਦਾਂ ਹੀ ਮੈਂ ਈਮੇਲ ਤੇ ਜੈਂਡਰ ਨੂੰ ਵੀ ਕਰਾ ਲਵਾਂਗਾ। ਇੰਨਾ ਕਰਨ ਤੋਂ ਬਾਅਦ ਆਪਾਂ ਆਊਟਪੁੱਟ ਦੇਖਾਂਗੇ ਔਰ ਚੱਲਾਂਗੇ ਆਪਣੇ ਬਰਾਊਜ਼ਰ ਦੇ ਉੱਪਰ। ਤਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਮੇਰਾ ਟੇਬਲ ਦੇ ਵਿੱਚ ਡਾਟਾ ਸੀ ਹਨੀ ਔਰ ਰਾਮ ਨਾਰਾਇਣ। ਔਰ ਤੁਸੀਂ ਫਾਰਮ ਦੇ ਵਿੱਚ ਦੇਖ ਸਕਦੇ ਹੋ ਹਨੀ ਔਰ ਰਾਮ ਨਾਰਾਇਣ, ਉਸਦੀ ਈਮੇਲ ID ਔਰ ਉਸਦਾ ਜੈਂਡਰ ਇੱਥੇ ਆ ਚੁੱਕਿਆ ਹੈ। ਜਦੋਂ ਵੀ ਤੁਸੀਂ ਇੱਥੇ ਡਾਟਾ ਇਨਸਰਟ ਕਰਾਓਗੇ, ਮੰਨ ਲਓ ਇੱਥੇ ਰੋਲ ਨੰਬਰ 3 ਕਰਵਾਇਆ, ਨੇਮ मैंने कुछ भी लिख लेना सिंह और ईमेल ID कुछ भी लिख लेना और मेल फीमेल ਤੇ ਕਲਿੱਕ ਕਰ ਲੈਣਾ ਔਰ ਸਬਮਿਟ ਤੇ ਕਲਿੱਕ ਕਰ ਦੇਣਾ। ਤਾਂ ਤੁਸੀਂ ਦੇਖ ਸਕਦੇ ਹੋ ਸਿੰਘ ਮੇਰਾ ਡਾਟਾ ਫੈਚ ਦੇ ਵਿੱਚ ਆ ਚੁੱਕਿਆ ਹੈ ਔਰ ਫੀਮੇਲ ਉਸਦੀ ਜੈਂਡਰ ਸੀ। ਤਾਂ ਐਦਾਂ ਤੁਸੀਂ ਡਾਟਾ ਫੈਚ ਕਰਵਾ ਸਕਦੇ ਹੋ। ਔਰ ਐਦਾਂ ਹੀ ਆਪਾਂ ਰੋਲ ਨੰਬਰ 4 ਦੀ ਐਂਟਰੀ ਕਰਾਵਾਂਗੇ और इसका नाम कुछ भी लिख लेने हैं। और ईमेल दे विच मैं जस्ट जगतार लिखांगा और @ साइन नहीं पावांगा तो तुहानूं ये एरर देवेगा। और मेल सिलेक्ट कर लेना, सबमिट ते क्लिक करना। तुसीं देख सकते हो मैनूं इसने मैसेज दिता @ साइन ईमेल एड्रैस दे विच चाहीदा, उस तो बिना ये डाटा इंसर्ट नहीं होवेगा। तो मैं gmail.com लिखांगा, सबमिट ते क्लिक करांगा तो तुसीं देख सकते हो फिर उस तो बाद ये डाटा इंसर्ट ਕਰੇਗਾ। ਐਦਾਂ ਸਟੂਡੈਂਟਸ ਤੁਸੀਂ ਡਾਟਾ ਨੂੰ ਇਨਸਰਟ ਤੇ ਫੈਚ ਕਰਵਾ ਸਕਦੇ ਹੋ PHP ਦੇ ਵਿੱਚ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਾਨੂੰ ਮੌਕਾ ਦਿੱਤਾ ਆਪਣੀ ਕੰਪਨੀ ਦੇ ਵਿੱਚ ਵਿਜ਼ਿਟ ਕਰਨ ਦਾ। ਉਮੀਦ ਹੈ ਕਿ ਬੱਚੇ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣਗੇ। ਅੱਗੇ ਤੁਸੀਂ ਦੱਸੋ। ਸੋ ਸਟੂਡੈਂਟ ਬਾਹਰ ਜਾਣਾ ਛੱਡ ਦਿਓ, IT ਇੰਡਸਟਰੀ ਚ ਆਓ, ਬਹੁਤ ਵਧੀਆ ਫਿਊਚਰ ਹੈ ਤੁਹਾਡਾ।